बुलेटिन तुहाडा स्वागत है। नजर मारते हैं अज दीआं खास खबरां ते। प्रकाश पुरब मौके श्री नरेंद्र मोदी ने 3 किसान विरोधी काले कानून कीते रद्द। किसानां विच पाई गई खुशी दी लहर। सेहत मंत्री पंजाब ने तरनतारन दे सरकारी हस्पताल दा कीता अचनचेत दौरा, प्रबंधां दा लिया जायजा। बटाला विच लुटेरियां ने ज्वैलर दी दुकान विच चलाईयां गोलियां, दुकान मालिक दी हुई मौत। फाजिलका विच पत्नी की मौत तो बाद पति नूं कीता गिरफ्तार, मामला पति के नाजायज संबंधां दा। लुधियाना के मिनी सकत्रेत सामने लड़की ने किया हंगामा, नशे विरुद्ध उठाई सी आवाज इस लड़की ने। अकाल तख्त के जथेदार वालों मोदी सरकार वालों खेती कानून रद्द करने के फैसले का किया गया स्वागत। हुण खबरां विस्तार नाल। ਜਦੋਂ ਦੀ ਪੰਜਾਬ 'ਚ ਚੰਨੀ ਦੀ ਸਰਕਾਰ ਨੇ ਕਮਾਨ ਸੰਭਾਲੀ ਹੈ, ਉਦੋਂ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਆਪਣੇ ਮਹਿਕਮਿਆਂ 'ਚ ਲਗਾਤਾਰ ਚੈਕਿੰਗ ਕਰ ਰਹੇ ਹਨ ਤਾਂ ਜੋ ਪੰਜਾਬ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੰਮਕਾਜ ਵਿੱਚ ਮੁਸ਼ਕਿਲ ਨਾ ਆਵੇ। ਇਸੇ ਲੜੀ ਦੇ ਤਹਿਤ ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਸਿਵਲ ਹਸਪਤਾਲ ਤਰਨਤਾਰਨ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਇਸੇ ਚੈਕਿੰਗ ਦੌਰਾਨ ਉਪ ਮੁੱਖ ਮੰਤਰੀ ਨੇ ਹਸਪਤਾਲ ਵਿੱਚ ਆਏ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਨਾਲ ਹੀ ਉਹਨਾਂ ਨੇ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਜਿਵੇਂ तरनतारन सिविल हॉस्पिटल आप चेक कर रहा है तो मैं वाड़ा जो भी गया उत्थे पेशेंट नाल गल की है। सो मैं पूछया सारे पेशेंट जिहड़े वाड़ा च ने कि प्रॉपर इलाज हो रहा, मैडिसन मिल रही है नहीं मिल रही। सो सारे ने तसल्ली प्रगट की है कि सानू मुश्किल कोई नहीं, पर थोड़ी जी हॉस्पिटल की हालात जो बने ने उन्होंने सुधारन की लोड़ है। सो मैं इन्होंने कहा सो आज सिविल सर्जन उन्होंने शायद कोई घर की मजबूरी सी वो इत्थे मिले नहीं मैनू, सो मैं उन्होंने हुणे सद लिया। सो जिहड़ियां भी इत्थे कोई मुश्किलां ने हॉस्पिटल दीआं उन्होंने इन्होंने आख्या जल्दी हल करो। मैं डी साहब की स्पैशल डी साहब ने कहा हुण डी साहब आप इत्थे आउणगे कल, सारा आप वेखणगे इत्थे आके, सो लिख के भेजणगे, सारी रिपोर्ट कर लेंगे। बटाला दे बैंक कलोनी नवी आबादी विखे मौजूद दीपक ज्वैलर की दुकान ते देर शाम लुट की नीयत नाल आए 4 तो 5 अणपछाते हथियारबंद लुटेरियां वालों की गई फायरिंग दौरान जख्मी हुए दुकान के मालिक दीपक ढल की हस्पताल ले जाते मौत हो गई। घटना सीसीटीवी कैमरे विच कैद हो गई ते लुटेरे मौके तो फरार हो गए। इतला मिलते ही मौके ते पहुंचे पुलिस अधिकारियों वालों जांच शुरू की गई। ਅੱਜ ਸ਼ਾਮ ਨੂੰ ਇੱਥੇ ਜਿਹੜੀ ਕੁਝ ਬੰਦੇ ਜਿਹੜੇ ਲੁੱਟ ਦੀ ਨੀਅਤ ਨਾਲ ਇੱਥੇ ਆਏ ਸੀਗੇ, ਜਿਹਦੇ ਵਿੱਚ ਇਹਨਾਂ ਨੇ ਅੱਗੋਂ ਬੜੀ ਹਿੰਮਤ ਕੀਤੀ, ਇਹਨਾਂ ਨੇ ਵੀ ਫਾਇਰ ਕੀਤੇ ਨੇ, ਪਰ ਅਨਫੋਰਚੂਨੇਟਲੀ ਜਿਹੜੀ ਆ ਉਹਨਾਂ ਦੇ ਜਿਹੜੀ ਗੋਲੀ ਹੈ ਇਹਨਾਂ ਦੇ ਲੱਗ ਗਈ ਹੈ ਔਰ ਹੁਣ ਮੈਨੂੰ ਪਤਾ ਲੱਗਿਆ ਵੀ ਇਹਨਾਂ ਦੀ ਡੈਥ ਹੋ ਗਈ। ਅਸੀਂ ਇੱਥੇ ਮੌਕੇ ਤੇ ਆਏ ਹਾਂ, ਮੈਂ ਆਪਣੀਆਂ 12 ਟੀਮਾਂ ਜਿਹੜੀਆਂ ਪੁਲਿਸ ਦੀਆਂ ਬਣਾਈਆਂ ਹੋਈਆਂ, ਸਾਰੇ ਪਾਸੇ ਲੱਗੇ, ਉਹਨਾਂ ਦੇ ਬੰਦੇ ਦੇ ਵੀ ਕਿਸੇ ਦੇ ਗੋਲੀ ਲੱਗੀ। ਮੈਂ ਹਰ ਹਸਪੀਟਲ ਦੇ ਵਿੱਚ ਅਸੀਂ ਟਾਈ ਅਪ ਕਰ ਰਹੇ ਹਾਂ, ਸਾਰੇ ਡਾਕਟਰਾਂ ਦੇ ਗਰੁੱਪ ਦੇ ਵਿੱਚ ਵੀ ਮੈਂ ਪਾਤਾ ਵੀ ਅਗਰ ਕੋਈ ਗੋਲੀ ਲੱਗੀ ਵਾਲਾ ਬੰਦਾ ਤੁਹਾਡੇ ਐਡਮਿਟ ਹੁੰਦਾ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ। ਔਰ ਅਸੀਂ ਇਹ ਬੜੀ ਅਨਫੋਰਚੂਨੇਟ ਵਾਰਦਾਤ ਹੋਈ ਹੈ, ਅਸੀਂ ਸਾਰਾ ਪਰਿਵਾਰ ਦੇ ਨਾਲ ਇੱਥੇ ਸਹਿਮਤੀ ਪ੍ਰਗਟ ਕਰਦੇ ਹਾਂ ਔਰ ਸਾਰੀ ਟੀਮਾਂ ਅਸੀਂ ਲਾ ਕੇ ਕੋਸ਼ਿਸ਼ ਕਰਾਂਗੇ ਇਹਨੂੰ ਜਲਦੀ ਤੋਂ ਜਲਦੀ ਟਰੇਸ ਕਰਕੇ ਬੰਦਿਆਂ ਨੂੰ ਜਿਹੜਾ ਹਵਾਲਾ 'ਚ ਸੁੱਟਿਆ ਜਾਵੇ। ਜੀ हाँ सारा कुछ असीं देख रहे हैं सीसीटीवी फुटेज 'ਚ, बाकी भी ਜਿਹੜੀ ਅਸੀਂ ਸਾਇੰਟੀਫਿਕਲੀ ਇਹਨੂੰ ਤਫਤੀਸ਼ ਕਰਾਂਗੇ, ਸਾਰਾ ਕੁਝ ਦੇਖਾਂਗੇ ਔਰ ਜਲਦੀ ਇਹਨੂੰ ਟ੍ਰੇਸ ਕਰਾਂਗੇ। ਬੰਦੇ ਜੋ ਐਸ ਪਰ ਸੀਸੀਟੀਵੀ ਫੁਟੇਜ 5 ਤੋਂ 6 ਬੰਦੇ ਜਿਹੜੇ ਨਜ਼ਰ ਆ ਰਹੇ ਸੀ, ਜਿਨ੍ਹਾਂ ਕੋਲ 2 ਬੰਦਿਆਂ ਕੋਲ ਪਿਸਤੌਲ ਨਜ਼ਰ ਆ ਰਹੇ ਸੀਗੇ ਔਰ ਜਿਹੜਾ ਇਹਨਾਂ ਨੇ ਕ੍ਰਾਈਮ ਨੂੰ ਜਦੋਂ ਵਾਰਦਾਤ ਕੀਤਾ ਤਕਰੀਬਨ 2 ਘੰਟੇ ਇਸ ਕੰਮ ਨੂੰ ਹੋ ਗਏ ਨੇ। ਸਾਡੀਆਂ ਟੀਮਾਂ ਟੋਟਲੀ ਲੱਗ ਚੁੱਕੀਆਂ ਨੇ ਸਾਰੇ ਸ਼ਹਿਰ ਦੇ ਵਿੱਚ। ਨਹੀਂ ਲੈ ਕੇ ਕੁਝ ਨਹੀਂ ਗਏ, ਉਹਦੇ ਵਿੱਚ ਇਹਨਾਂ ਨੇ ਬੜੀ ਹਿੰਮਤ ਕੀਤੀ, ਅੱਗੋਂ ਗੋਲੀ ਚਲਾਈ ਹੈ, ਪਰ ਅਨਫੋਰਚੂਨੇਟਲੀ ਉਹਨਾਂ ਦੀ ਗੋਲੀ ਵੀ ਜਿਹੜੀ ਹੈ ਇਹਨਾਂ ਦੀ ਲੱਗ ਗਈ ਹੈ ਔਰ ਉਹਨਾਂ ਦਾ ਬੰਦਾ ਵੀ ਜਿਹੜਾ ਫੱਟੜ ਹੋਇਆ। ਭਾਜੀ ਕੁਛ ਨਹੀਂ, ਦੁਕਾਨ ਤੇ ਪਾਪਾ ਤੇ ਚਾਚੂ ਕੰਮ ਕਰਦੇ ਪਏ ਸੀ, ਠੀਕ ਆ ਜੀ। ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਸ਼ਾਮੀ ਸਮਾਨ ਸੰਭਾਲਣ ਦਾ ਟਾਈਮ ਹੁੰਦਾ ਆ ਤੇ ਚਾਚੂ ਦਾ ਛੋਟਾ ਮੁੰਡਾ ਆ ਉਹ +2 'ਚ ਹੋਣਾ, ਉਹ ਵਿਚਾਰਾ ਸਮਾਨ ਸਮੂਨ ਸਾਂਭਣ ਸੀ, ਉਹ ਆ ਗਿਆ ਤੇ ਇੰਨੀ ਦਰਮਿਆਨ 'ਚ ਹੀ 4-5 ਜਣੇ ਆਏ ਆ, ਮਤਲਬ ਕਿ ਬਾਹਰੋਂ ਹੀ ਉਹਨਾਂ ਨੇ ਆਪਣੀਆਂ ਪਿਸਟਲਾਂ ਕੱਢ ਲਈਆਂ ਨੇ ਤੇ ਉਹ ਛੋਟੇ ਬੱਚੇ ਨੂੰ ਕਹਿੰਦੇ ਤੂੰ ਸਾਈਡ ਤੇ ਹੋ ਜਾ, ਤੇ ਚਾਚੂ ਨੂੰ ਕਹਿੰਦੇ ਵੀ ਜੋ ਹੈਗਾ ਤੁਹਾਡੇ ਕੋਲ ਤੇ ਆਪਣਾ ਸਾਈਡ ਤੇ ਕੱਢ ਦਿਓ ਸਾਰਾ ਕੁਝ। ਤੇ ਉਹਨਾਂ ਨੇ ਇੰਨੀ ਦੇਰ ਨੂੰ ਚਾਚੂ ਨੇ ਥੱਲੇ ਮਤਲਬ ਆਪਣੀ ਪਿਸਟਲ ਰੱਖੀ ਹੋਈ ਸੀ, ਚਾਚੂ ਨੇ ਆਪਣੀ ਪਿਸਟਲ ਕੱਢ ਕੇ ਉਹਨਾਂ ਨੇ ਸਿੱਧੀ ਫਾਇਰ ਮਤਲਬ ਕਿ ਮਾਰਿਆ, ਆਪਣੀ ਕਾਰਵਾਈ ਕੀਤੀ। ਉਹਨਾਂ ਨੇ ਡਰ ਮਤਲਬ ਕਿ ਗੋਲੀ ਦੀ ਆਵਾਜ਼ ਨਾਲ ਉਹ ਡਰ ਕੇ ਭੱਜੇ ਆ। ਫਿਰ ਜਦੋਂ ਬਾਹਰ ਡਰ ਕੇ ਭੱਜੇ ਆ ਤੇ ਚਾਚੂ ਨੇ ਜਲਦੀ ਆ ਕੇ ਬੂਹਾ ਬੰਦ ਕਰਦੇ ਸ਼ੀਸ਼ੇ ਵੱਲ ਲੋਕ। ਉਹ ਚਾਚੂ ਦਾ ਛੋਟਾ ਮੁੰਡਾ ਮਤਲਬ ਕਿ ਲੋਕ ਲਗਾਉਣ ਗਿਆ ਨਾ ਜਦੋਂ, ਤੇ ਉਹਨਾਂ ਨੇ ਬਾਹਰੋਂ ਫਿਰ ਸੜਕ ਤੋਂ ਖਲੋ ਕੇ ਫਾਇਰ ਮਾਰੇ, ਸਾਡਾ ਸ਼ੀਸ਼ਾ ਸਾਰਾ ਟੁੱਟ ਚੁੱਕਿਆ ਵਾ। ਤੇ ਮਤਲਬ ਪਾਪਾ ਦੇ ਵੀ ਗੋਲੀ ਲੱਗੀ ਆ।
ਉਹਨਾਂ ਨੂੰ ਉਹ ਫਾਇਰ ਹੋਏ ਨੇ ਮੇਰੇ ਹਿਸਾਬ ਨਾਲ। ਹਾਂ, ਕਿਉਂਕਿ ਇੱਕ ਸ਼ੀਸ਼ਾ ਟੁੱਟਾ ਆ, ਇੱਕ ਪਾਪਾ ਦੇ ਗੋਲੀ ਵੱਜੀ। ਹੁਣ ਡੀਜ਼ਲ ਦੀ ਵੀ ਹੋਮ ਡਿਲੀਵਰੀ ਮਿਲੇਗੀ। ਭਾਰਤ ਪੈਟਰੋਲੀਅਮ ਨੇ ਅਖਿਲ ਭਾਰਤੀ ਸਤਰ ਤੇ ਇੱਕ ਐਪ ਸ਼ੁਰੂ ਕੀਤੀ ਹੈ, ਜਿਸ ਤੇ ਜਾ ਕੇ ਤੁਸੀਂ ਨੇੜੇ ਦੇ ਪੈਟਰੋਲ ਪੰਪਾਂ ਤੋਂ ਪਤਾ ਕਰ ਸਕਦੇ ਹੋ ਜੋ ਡੀਜ਼ਲ ਦੀ ਹੋਮ ਡਿਲੀਵਰੀ ਦੇ ਰਹੇ ਹਨ। ਫਿਲਹਾਲ ਇਹ ਸੁਵਿਧਾ ਚੁਣੇ ਹੋਏ ਪੈਟਰੋਲ ਪੰਪਾਂ ਤੇ ਹੀ ਹੈ, ਪਰ ਜਲਦੀ ਹੀ ਭਾਰਤ ਪੈਟਰੋਲੀਅਮ ਵੱਲੋਂ ਇਸ ਨੂੰ ਪੂਰੇ ਭਾਰਤ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਗੁਰਦਾਸਪੁਰ ਵਿੱਚ ਡੀਜ਼ਲ ਦੀ ਹੋਮ ਡਿਲੀਵਰੀ ਅੱਜ ਤੋਂ ਅਮਰ ਫਿਲਿੰਗ ਸਟੇਸ਼ਨ ਤੋਂ शुरू हो चुकी है। सत श्री अकाल सारिਆਂ ਨੂੰ, मैं राघव परमार, भारत पेट्रोलियम का सेल्स ऑफिसर। यहाँ गुरदासपुर में हम एक पहल स्टार्ट कर रहे हैं, जिसमें हम आपके घर पर, आपकी दुकान पर 20 लीटर के जेरी कैन से आपको डीजल की सप्लाई करेंगे। और आज ये पहल हमारे सर्वप्रथम गुरदासपुर में अमर फिलिंग स्टेशन अब्बल खैर जेल रोड पे हुई है, जिससे हम आपको कभी भी आप ऑर्डर करिए, हम आपको 20 लीटर का जेरी कैन से 20 लीटर, 40 लीटर, 60 लीटर, 80 लीटर, 20 के मल्टीपल में आपके घर, आपकी दुकान पर सप्लाई करेंगे। और आप हमें अपने ऑर्डर देने के लिए इनका फ़ोन नंबर है, उस पर फ़ोन करके भी बता सकते हो। और इसके अलावा हमने पूरे भारत में सेंट्रल लेवल पे एक ऐप है हमारी भारत पेट्रोलियम की, BPCL, हेलो BPCL, उस पर जाके आप ऑर्डर कर सकते हो। उसमें आप अपना पिन कोड डालिए, पिन कोड डालते ही आपको पंप का नाम आ जाएगा, जहाँ जहाँ पर हमारे ये सुविधा उपलब्ध है जिप फ्यूल की, जेरी कैन की, वहाँ से आप ऑर्डर कर सकते हो। और तुरंत 1-2 घंटे में आपके दुकान पे, आपके घर पे 20 लीटर, 40 लीटर तेल, डीजल आ सकता है। धन्यवाद जी। सत श्री अकाल जी, असी अमर फिलिंग स्टेशन तो है। मेरा नाम मुनीश आनंद है। इस पंप ਨੂੰ ਅਸੀਂ ਸਾਰੀਆਂ ਸੁਵਿਧਾਵਾਂ ਦੇ ਨਾਲ ਚਲਾ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਕਸਟਮਰ ਨੂੰ ਸਭ ਤੋਂ ਪਹਿਲੇ ਸਭ ਤੋਂ ਜਲਦੀ ਜਿਹੜੀਆਂ ਨੇ ਉਹ ਸਾਰੀਆਂ ਸੇਵਾਵਾਂ ਭਾਰਤ ਪੈਟਰੋਲੀਅਮ ਦੀਆਂ ਉਪਲਬਧ ਕਰਾਈਏ। ਅੱਜ ਇੱਥੇ ਅਸੀਂ 20 ਲੀਟਰ ਦੇ ਜੈਰੀ ਕੈਨਸ ਦੀ ਹੋਮ ਡਿਲੀਵਰੀ ਦੀ ਲਾਂਚਿੰਗ ਕੀਤੀ ਹੈ। ਅਸੀਂ ਪੂਰੇ ਸਿਟੀ ਦੇ ਵਿੱਚ ਕਿਤੇ ਵੀ ਕੋਈ ਵੀ ਆਰਡਰ ਆਏਗਾ, ਅਸੀਂ ਉਹ 20 ਲੀਟਰ ਡੀਜ਼ਲ ਜਿਹੜਾ ਵਾ ਉਹਨੂੰ ਉੱਥੇ ਪਹੁੰਚਾਉਣ ਦੀ क्षमता रखते हैं और असी उत्थे उन्होंने टाइमली पहुंचावांगे भी। आखिरकार संघर्ष होया कामयाब, पर इस किसानी संघर्ष में शहीद हुए किसानों दी शहीदियां जाया नहीं गई, क्योंकि आखिरकार मोदी सरकार ने प्रकाश पुरब के पवित्र दिहाड़े ते 3 काले कानून वापस लैण दा ऐलान कर दिता। दूजे पासे किसान जथेबंदियां ने कहा है कि जिन्ना चिर सरकार लिखती रूप विच लागू नहीं करती, उन्ना चिर वो धरना प्रदर्शन जारी रखणगे। श्री नरेंद्र मोदी के इस फैसले से साबका मुख्यमंत्री कैप्टन अमरिंदर सिंह, नवजोत सिंह सिद्धू, प्रगट सिंह, अरविंद केजरीवाल ते सारियां पार्टियां दे नेतावां ने भरवां स्वागत किया। नानक देव जी का भी पवित्र प्रकाश पर्व है। मैं विश्व भर में सभी लोगों को और सभी देशवासियों को इस पावन पर्व पर हार्दिक बधाई देता हूं। ये भी बहुत सुखद है कि 1.5 साल के अंतराल के बाद करतारपुर साहिब कॉरिडोर अब फिर से खुल गया है। साथियों, गुरु नानक जी ने कहा है, बीच दुनिया सेवी कमाइए त दरगिही बेसन पाइए। यानी संसार में सेवा का मार्ग अपनाने से ही जीवन सफल होता है। साथियों, मैं आज देशवासियों से क्षमा मांगते हुए सच्चे मन से और पवित्र हृदय से कहना चाहता हूं कि शायद हमारी तपस्या में ही कोई कमी रही होगी, जिसके कारण दिए के प्रकाश जैसा सत्य कुछ किसान भाइयों को हम समझा नहीं पाए। आज गुरु नानक देव जी का पवित्र प्रकाश पर्व है। ये समय किसी को भी दोष देने का नहीं है। आज मैं आपको, पूरे देश को ये बताने आया हूं कि हमने 3 कृषि कानूनों को वापस लेने का, रिपील करने का निर्णय लिया है। इस महीने के अंत में शुरू होने जा रहे संसद सत्र में, इसी महीने में, हम 3 कृषि कानूनों को
रिपील करने की संवैधानिक प्रक्रिया को पूरा कर देंगे। साथियों, मैं आज अपने सभी आंदोलनरत किसान साथियों से आग्रह कर रहा हूं, आज गुरु पर्व का पवित्र दिन है। अब आप अपने अपने घर लौटे, अपने खेत में लौटे, अपने परिवार के बीच लौटे। आइए एक नई शुरुआत करते हैं, नए सिरे से आगे बढ़ते हैं। लुधियाना के मिनी ਸਕੱਤਰੇਤ ਦੇ ਬਾਹਰ एक लड़की ने रो रो के अपनी दुख भरी कहानी सुनाई। उन्हें कहा कि नशे खिलाफ बोलने का खमियाजा उसनू भुगतना पै रहा है। ਅੱਜ लड़की ने दुखी होकर सड़क ਤੇ ਚੀਕਾਂ ਮਾਰੀਆਂ। उसका कहना है कि उसकी इज्जत नाल भी खिलवाड़ होया है। लड़की मुताबिक मामला खन्ना ਦੇ ਸਮਰਾਲਾ ਅਧੀਨ ਆਉਂਦੇ ਇੱਕ ਪਿੰਡ ਦਾ ਹੈ ਤੇ ਲੜਕੀ ਇਨਸਾਫ ਦੀ ਮੰਗ ਕਰ ਰਹੀ ਹੈ। मेरा नाम गुरशरण कौर है जी। गुरशरण जी, की मामला की होया? ਤੁਸੀਂ ਅੱਜ ਲੁਧਿਆਣੇ ਆਏ ਹੋ ਰੋਸ਼ ਪਰ 2 ਸਾਲ ਹੋ ਗਏ ਜੀ ਮੈਨੂੰ ਨਸ਼ਿਆਂ ਖਿਲਾਫ ਲੜਦੀ ਨੂੰ। ਮੈਨੂੰ ਕਾਮਿਆ ਜਾਏ ਭੁਗਤਣਾ ਪਿਆ। ਨਸ਼ੇ ਖਿਲਾਫ ਬੋਲਣ ਦਾ ਕਿ ਮੇਰੇ ਉੱਤੇ ਨਾਲੇ ਤਾਂ ਹਮਲਾ ਕਰਾਇਆ, ਮੇਰੀ ਇੱਜ਼ਤ ਨੂੰ ਹੱਥ ਪਾਇਆ ਨਸ਼ਾ ਮਾਫੀਆ ਨੇ। ਉਲਟਾ ਮੇਰੇ ਤੇ ਮੇਰੀ ਮਾਂ ਤੇ ਹੀ ਪਰਚੇ ਕਰਤੇ। कहना तुसी उन्होंने जानलेवा हमला किया। मेरे जख्मां नूं इन्हां ने अक्खां ओले करता। मैं ते मरन लई आई हां, मेरे पल्ले कुछ भी नहीं रहा। अज मेरी इज्जत मेरे पल्ले नहीं रही। मैनूं जिल्लत दी जिंदगी नहीं चाहिदी। मेरी मौत दा जिम्मेवार SSP आ। झूठे पर्चे करते, मेरा घरों बेघर करता। मैनूं मैं घरे भी नहीं जा सकती। सानूं डर लगदा घर जाण दा। घर जांदे नूं डर लगदा। ਦੀ ਕੁੱਟਮਾਰ ਵੀ ਅਸੀਂ ਅੱਜ ਤੱਕ ਘਰੇ ਨਹੀਂ ਬੜੇ ਹੈਗੇ। ਉਹ ਬੰਦੇ ਅੱਜ ਵੀ ਖੁੱਲੇ ਘੁੰਮ ਰਿਹਾ। SSP ਦੀ ਸ਼ਹਿਰ ਤੇ ਖੁੱਲੇ ਘੁੰਮ ਰਹੇ ਬੰਦੇ ਅੱਜ ਵੀ। SSP ਖੰਨਾ, ਬਾਕੀ ਸਾਰੇ IPS ਅਫਸਰ ਬਦਲ ਦਿੱਤੇ। ਉਹ ਇੰਨਾ 2-3 ਸਾਲ ਤੋਂ ਲਗਾਤਾਰ ਉੱਥੇ ਆ। ਗੁਰਕੀਰਤ ਕੋਟਲੀ ਨੇ ਉਹਨੇ ਸਪੈਸ਼ਲ ਲਾਇਆ। ਇਹ ਨਸ਼ਾ ਤਸਕਰ ਸਾਰੇ ਇਕੱਠੇ ਹੋਏ ਨੇ। SSP ਪੂਰਾ ਡਰਗ ਮਾਮਲਾ SSP ਨੈਕਸਸ ਬਣਿਆ ਹੋਇਆ। ਬਾਕੀ IPS PCS ਸਾਰੇ ਅਫਸਰ ਬਦਲ ਦਿੱਤੇ ਗਏ। ਕੀ ਗੱਲ ਖੰਨਾ ਵਾਲਾ ਇਹ ਕਿਉਂ ਨਹੀਂ ਬਦਲਿਆ ਗਿਆ? ਇਹਦੇ ਵਿੱਚ ਕੀ ਮਾਮਲਾ ਹੈ? ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਗੁਰਕੀਰਤ ਕੋਟਲੀ ਨੇ ਉਸ ਨੂੰ ਸਪੈਸ਼ਲ ਲਾਇਆ ਹੈ। ਜੀ CM ਚੰਨੀ ਨੂੰ ਮਿਲ ਕੇ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਸੀ? ਉਹਨਾਂ ਨੇ DGP ਨੂੰ ਸਾਹਿਬ ਫੋਨ ਕੀਤਾ ਸੀ। ਉੱਥੇ DGP ਸਾਹਿਬ ਨੇ ਇੱਥੇ SSP ਦੀ ਕਲਾਸ ਵੀ ਲਾਈ, ਪਰ ਇਹਨੇ ਉਹਨਾਂ ਦੇ ਉਸ ਰੋਹ ਦੇ ਵਿੱਚ ਆ ਕੇ ਸਾਡੇ ਤੇ ਉਲਟਾ ਪਰਚੇ ਕੱਢ ਦਿੱਤੇ ਵੀ ਤੁਸੀਂ DGP ਸਾਹਿਬ ਨੂੰ ਕਾਹਤੇ ਮਿਲ ਕੇ ਆਏ ਹੋ। ਕੀ ਲੱਗਦਾ CM ਸਾਹਿਬ ਦੀ ਨਹੀਂ ਮੰਨੀ ਗਈ? CM ਸਾਹਿਬ ਨੇ DGP ਨੂੰ ਫੋਨ ਕਰਿਆ, ਉਹਨਾਂ ਨੇ ਇਹਨਾਂ ਨੂੰ ਫੋਨ ਕਰਿਆ। ਇਸ ਦੇ ਮਾਮਲੇ ਵਿੱਚ ਵੀ ਮੇਰੀ ਉਹਨਾਂ ਨੇ ਚੰਗੀ ਕਲਾਸ ਲਾਈ, ਇਹਦੀ ਹਦਕ ਕਰੀ। ਇਹ ਹਦਕ ਮਹਿਸੂਸ ਕਰਦਾ ਤਰਕਸਰਾਂ ਦੇ ਨਾਲ ਰਲਿਆ ਹੋਇਆ ਹੈ। ਇਹ ਪੂਰਾ ਆਪ ਡਰੱਗ ਮਾਫੀਆ ਦਾ ਕੰਮ ਕਰਾ ਰਿਹਾ ਹੈ। ਤੇ ਅਸੀਂ ਪੂਰੇ ਪ੍ਰੂਫ ਲੈ ਕੇ ਇਹਦੇ ਕੋਲ ਜਾ ਚੁੱਕੇ ਹਾਂ। ਸਾਡੇ ਨਾਲ ਆ ਕੇ ਜੇ ਇਹਦੇ ਵਿੱਚ ਹਿੰਮਤ ਹੈ ਡਿਬੇਟ ਕਰੇ, ਇੱਕ ਵੀ ਸਵਾਲ ਦਾ ਜਵਾਬ ਦੇ ਦੇ, ਸਾਰੀ ਉਮਰ ਇਹਦਾ ਪਾਣੀ ਭਰਾਂਗੇ। ਤੁਸੀਂ ਮਾਛੀਵਾੜੇ ਨਾਲ ਸੰਬੰਧਿਤ ਮਾਛੀਵਾੜੇ ਥਾਣੇ 'ਚ ਮਾਮਲਾ ਦਰਜ ਹੋਇਆ। ਮਾਛੀਵਾੜੇ ਮਾਮਲੇ ਦੇ ਵਿੱਚ ਅਸੀਂ ਬਹੁਤ ਪਰਚੇ ਦਰਜ ਕਰਾਏ ਨੇ। SSP IG ਨੌ ਨਿਹਾਲ ਕੋਲ ਵੀ ਆਏ ਆ। IG ਨੌ ਨਿਹਾਲ ਕਹਿੰਦਾ SSP ਇਹਦਾ ਹੱਲ ਨਹੀਂ ਕਰ ਸਕਦਾ। ਜਦ IG ਨੌ ਨਿਹਾਲ ਵੀ ਕੋਈ ਇਹ ਗੱਲਾਂ ਕਹਿੰਦਾ ਹੈ। ਪੰਜਾਬ ਪੁਲਿਸ ਦੀ ਸਭ ਤੋਂ ਇਹ ਮਾੜੀ ਗੱਲ ਹੈ। ਪੰਜਾਬ ਪੁਲਿਸ ਦੇ ਬਸ ਦੀ ਗੱਲ ਨਹੀਂ ਰਹੀ। ਇਹ ਆਪ ਪਕਾ ਰਹੀ ਹੈ ਨਸ਼ਾ। ਤੁਹਾਡੇ ਨਾਲ ਚਮਕੌਰ ਸਾਹਿਬ ਜਿੱਥੇ ਮੁੱਖ ਮੰਤਰੀ ਸਾਹਿਬ ਦੀ ਰਿਹਾਇਸ਼ ਹੈਗੀ ਹੈ, ਕੀ ਲੱਗਦਾ ਉੱਥੇ ਜਾ ਕੇ ਦੁਬਾਰਾ ਤੋਂ ਉਹਨਾਂ ਨਾਲ ਮੁਲਾਕਾਤ ਕੀਤੀ ਜਾਵੇ, ਦੱਸਿਆ ਜਾਵੇ? ਸਾਡਾ ਕੋਈ ਵੀ ਮਾਮਲਾ ਇਹ ਵੈਸੇ ਹੀ ਗੱਲਾਂ ਕਰਦਾ ਫਿਰਦਾ ਚੰਨੀ, ਲੋਕਾਂ ਦਾ ਕੋਈ ਹੱਲ ਨਹੀਂ ਕਰਦਾ। ਇਹ ਦਿਖਾਵਾ ਕਰ ਰਿਹਾ ਹੈ। ਭਾਜੀ ਕੀ ਨਾਮ ਆਪਣਾ ਜੀ? ਨਵਜੋਤ ਸਿੰਘ ਆ ਜੀ ਮੇਰਾ ਨਾਮ। ਹਾਂਜੀ, ਅੱਜ ਕਚਹਿਰੀਆਂ ਦੇ ਬਾਹਰ ਪ੍ਰੋਟੈਸਟ ਕਰ ਰਹੇ ਹੋ, ਕੀ ਹੋ ਗਿਆ ਜੀ? ਮੇਰੀ ਭੈਣ ਨਾਲ ਜੀ ਧੱਕੇਸ਼ਾਹੀ ਕੀਤੀ ਗਈ ਹੈ ਬਲੈਕੀਆਂ ਵੱਲੋਂ, ਤੇ ਉਲਟਾ ਪੁਲਿਸ ਵੱਲੋਂ ਸਾਡੇ ਦੀ ਪਰਚੇ ਦਰਜ ਕਰ ਦਿੱਤੇ ਮੇਰੀ ਭੈਣ ਤੇ ਜੀ। ਨਾ ਇਹਨਾਂ ਨੂੰ ਸਿਵਲ ਹਸਪਤਾਲ ਵਾਲਿਆਂ ਨੇ ਪੁੱਛਿਆ, 32 ਵਿੱਚ ਦਾਖਲ ਕਰਾਇਆ ਗਿਆ। ਅਸੀਂ CM ਚੰਨੀ ਨੂੰ ਵੀ ਮਿਲ ਲਿਆ, DGP ਨੂੰ ਵੀ ਮਿਲ ਲਿਆ, ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ। ਉਲਟੇ ਆਉਣ ਸਾਰ ਸਾਡੇ ਦੀ ਪਰਚੇ ਦਰਜ ਕਰ ਦਿੱਤੇ ਗਏ। ਕਿਹੜੀ ਜਗ੍ਹਾ ਦਾ ਮਾਮਲਾ ਭਾਜੀ? ਇਹ ਮਾਛੀਵਾੜਾ ਸਾਹਿਬ SSP ਖੰਨਾ ਪੈਂਦਾ ਸਾਨੂੰ। ਬੈਕ ਤੇ ਖੜਾ ਬਲੈਕੀਏ ਦੇ। ਮਾਛੀਵਾੜੇ ਤਾਂ ਹੋ ਹੀ ਨਹੀਂ ਰਹੀ। ਮਾਛੀਵਾੜੇ ਵਾਲੇ ਤਾਂ ਪਰਚੇ ਕਰਦੇ ਹੀ ਇਹਨਾਂ ਤੇ। DSP ਸਮਰਾਲਾ ਨਾਲ ਰਲ ਗਿਆ ਬਲੈਕੀਆਂ ਦੇ। ਕੇਂਦਰ ਸਰਕਾਰ ਅੰਦਾਤਾ ਨਾਲ ਧੋਖਾ ਕਰ ਰਿਹਾ। ਹਾਲਾਂਕਿ 3 ਕਾਲੇ ਕਾਨੂੰਨ ਵਾਪਸ ਲੈਣ ਦਾ ਫੈਸਲਾ ਲੈ ਲਿਆ, ਪਰ ਫੈਸਲਾ ਤੇ MSP ਦੀ ਗੱਲ ਸਿਰੇ ਨਹੀਂ ਲੱਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਆਪ ਨੇਤਾ ਕੁੰਵਰ ਵਿਜੇ ਪ੍ਰਤਾਪ ਨੇ ਕੀਤਾ। ਉਹਨਾਂ ਨੇ ਚਰਨਜੀਤ ਚੰਨੀ ਬਾਰੇ ਬੋਲਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੇ ਹੋਏ ਹਨ। ਉਹ ਕਿਸਾਨੀ ਦੇ ਨਾਲ ਸੰਬੰਧ ਰੱਖਦਾ ਹੈ। ਸਭ ਤੋਂ ਪਹਿਲਾਂ ਮੈਂ ਇਹ ਕਹਾਂਗਾ ਕਿ ਦੇਖੋ 26 ਨਵੰਬਰ ਨੂੰ ਪੂਰਾ 1 ਸਾਲ ਹੋਣ ਜਾ ਰਿਹਾ ਹੈ, ਕਿਉਂਕਿ ਸਾਡੇ ਕਿਸਾਨ ਭਰਾ 26 ਨਵੰਬਰ ਨੂੰ ਪਿਛਲੇ ਸਾਲ
ਦਿੱਲੀ ਗਏ ਸੀ। ਤਾਂ ਹੁਣ ਤੁਸੀਂ ਦੇਖੋ ਇਹ ਕੇਂਦਰ ਸਰਕਾਰ ਤੇ ਮੌਜੂਦਾ ਪੰਜਾਬ ਸਰਕਾਰ ਹੈ ਤੇ ਅਕਾਲੀ ਦਲ ਜੋ ਕੇਂਦਰ ਸਰਕਾਰ ਦਾ ਉਦੋਂ ਹਿੱਸਾ ਹੁੰਦਾ ਸੀ ਜਦੋਂ ਇਹ ਕਾਨੂੰਨ ਪਾਸ ਹੋਇਆ ਸੀ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਇਹ ਕਾਨੂੰਨ ਬਣਾਇਆ ਸੀ। ਸਾਨੂੰ ਇਹ ਵੀ ਪਤਾ ਹੈ ਕਿ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਉਸ ਕਮੇਟੀ ਦੇ ਮੈਂਬਰ ਸਨ। ਉਹ 8 ਮੈਂਬਰੀ ਕਮੇਟੀ ਸੀ, ਐਪੈਕਸ ਕਮੇਟੀ, ਜਿਸ ਕਮੇਟੀ ਨੇ ਇਸ ਕਾਨੂੰਨ ਨੂੰ ਡਰਾਫਟ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਸਾਹਿਬ ਸੀਗੇ ਤੇ ਉਸ ਮੀਟਿੰਗ ਦੇ ਵਿੱਚ ਆਪਣੇ ਜੋ ਹਰਮਨ ਪਿਆਰੇ ਵਿੱਤ ਮੰਤਰੀ ਨੇ, ਖਜ਼ਾਨਾ ਮੰਤਰੀ ਨੇ, ਮਨਪ੍ਰੀਤ ਸਿੰਘ ਬਾਦਲ ਜੀ, ਜ਼ਿਆਦਾਤਰ ਉਹ ਨੁਮਾਇੰਦਗੀ ਕਰਦੇ ਸਨ। ਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਕਾਨੂੰਨ 3 ਕਾਨੂੰਨ ਬਣਾਏ ਗਏ ਸੀ, ਇਹ ਕੇਂਦਰ ਸਰਕਾਰ, ਰਾਜ ਸਰਕਾਰ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਪਾਰਟੀ ਜੋ ਉਦੋਂ BJP NDA ਦਾ ਹਿੱਸਾ ਸੀਗੀ, ਇਹਨਾਂ ਸਾਰਿਆਂ ਨੇ ਮਿਲ ਕੇ ਇਹ ਕਾਨੂੰਨ ਬਣਾਇਆ ਸੀ। ਇਹ ਕਾਨੂੰਨ ਲਾਗੂ ਵੀ ਕੀਤਾ ਗਿਆ, ਲੇਕਿਨ ਕਿਸੇ ਨੇ ਵੀ ਪਹਿਲਾਂ, ਜਿਸ ਤਰ੍ਹਾਂ ਮੰਨ ਲਓ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਇਸ ਕਮੇਟੀ ਦੇ ਮੈਂਬਰ ਸਨ, ਤਾਂ ਉਹਨਾਂ ਨੂੰ ਪਹਿਲਾਂ ਚਾਹੀਦਾ ਸੀ ਕਿ ਪੰਜਾਬ ਦੇ ਕਿਸਾਨ ਭਰਾਵਾਂ ਦੇ ਨਾਲ ਮੀਟਿੰਗ ਕਰਦੇ, ਪੁੱਛਦੇ ਕਿ ਹਾਂ ਕੋਈ ਤੁਹਾਨੂੰ ਇਤਰਾਜ਼ ਹੈ ਤਾਂ ਤੁਸੀਂ ਪਹਿਲਾਂ ਦੱਸ ਦਿਓ, ਤਾਂ ਜੋ ਉਹ ਕਾਨੂੰਨ ਉਸ ਤਰੀਕੇ ਦੇ ਨਾਲ ਡਰਾਫਟ ਹੋ ਸਕਦਾ ਸੀ। ਹੁਣ ਭਾਵੇਂ ਕਾਂਗਰਸ ਪਾਰਟੀ ਦੇ ਲੈਵਲ ਤੇ ਜਾਂ ਪੰਜਾਬ ਸਰਕਾਰ ਦੇ ਲੈਵਲ ਤੇ ਜੇਕਰ ਕੋਈ ਗੱਲਬਾਤ ਹੋ ਰਹੀ ਹੈ ਕਿਸਾਨ ਭਰਾਵਾਂ ਦੇ ਨਾਲ, ਤਾਂ ਮੈਂ ਕਹਾਂਗਾ ਕਿ ਦੇਖੋ ਇਹ ਇੱਕ ਧੋਖਾ ਹੈ, ਇੱਕ ਗੁੰਮਰਾਹ ਕਰਨ ਦਾ ਇੱਕ ਤਰੀਕਾ ਹੈ। ਜਦੋਂ ਇਹਨਾਂ ਦੇ ਕੋਲ ਮੌਕਾ ਸੀ ਤੇ ਇਹ ਮੌਕਾ ਚੁੱਕ ਗਏ ਸਨ। ਇਹ ਇਤਿਹਾਸ ਗਵਾਹ ਹੈ ਕਿ ਜਿਸ ਮੁਲਕ ਦੇ ਵਿੱਚ ਕਿਸਾਨਾਂ ਨੂੰ ਦੁੱਖ ਦਰਦ ਪੀੜਾ ਪਹੁੰਚਾਇਆ ਜਾਂਦਾ ਹੈ, ਉਹ ਮੁਲਕ ਤਰੱਕੀ ਨਹੀਂ ਕਰਦਾ। ਮੋਦੀ ਸਰਕਾਰ ਨੇ ਕਾਲੇ ਕਾਨੂੰਨ ਰੱਦ ਕੀਤੇ। ਇਸ ਤੋਂ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਤੇ ਚਾਰੇ ਪਾਸੇ ਵਧਾਈਆਂ ਦੇ ਸੰਦੇਸ਼ ਆ ਰਹੇ ਹਨ। ਇਸ ਫੈਸਲੇ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਪ੍ਰਤੀਕਿਰਿਆ ਸਾਹਮਣੇ ਆਈ। ਉਹਨਾਂ ਨੇ ਦਿਲੋਂ ਧੰਨਵਾਦ ਕੀਤਾ ਤੇ ਕਿਸਾਨਾਂ ਨੂੰ ਜਿੱਤ ਦੇ ਲਈ ਵਧਾਈ ਵੀ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਾ ਲੱਗਿਆ ਕਿ ਭਾਰਤ ਸਰਕਾਰ ਨੇ 3 ਖੇਤੀ ਬਿੱਲ ਜਿਹੜੇ ਸੀ ਜਿਨ੍ਹਾਂ ਦੇ ਅਗੇਂਸਟ ਅੰਦੋਲਨ ਚੱਲ ਰਿਹਾ ਸੀ ਬਹੁਤ ਵੱਡਾ, ਉਹ 3 ਖੇਤੀ ਕਾਨੂੰਨ ਰੱਦ ਕਰ ਦਿੱਤੇ। ਔਰ ਖੁਸ਼ੀ ਵਾਲੀ ਗੱਲ ਹੈ, ਔਰ ਖੁਸ਼ੀ ਵਾਲੀ ਗੱਲ ਇਹ ਵੀ ਹੈ ਕਿ ਇਹਨਾਂ ਬਿੱਲਾਂ ਨੂੰ ਰੱਦ ਕਰਨ ਦੀ ਜਿਹੜੀ ਅਨਾਉਂਸਮੈਂਟ ਭਾਰਤ ਸਰਕਾਰ ਵੱਲੋਂ ਕੀਤੀ ਹੈ ਪ੍ਰਾਈਮ ਮਿਨਿਸਟਰ ਸਾਹਿਬ ਨੇ, ਉਹ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਕੀਤੀ ਹੈ। ਖੁਸ਼ੀ ਦੀ ਇਹ ਗੱਲ ਹੈ, ਖੇਤੀ ਕਾਨੂੰਨ ਰੱਦ ਹੋਣਾ ਔਰ ਇਹਦਾ ਐਲਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਕਰਨਾ। ਸਾਡੀ ਜਿਹੜੀ ਚਿੰਤਾ ਸੀ ਉਹ ਇਹੋ ਸੀ ਕਿ ਅੰਦੋਲਨ ਦੇ ਵਿੱਚ ਕੁਝ ਧਿਰਾਂ ਅਜਿਹੀਆਂ ਵੀ ਸਨ ਜਿਹੜੀਆਂ ਸਿੱਖ ਸੋਚ ਨੂੰ, ਸਿੱਖ ਨਿਸ਼ਾਨ ਨੂੰ, ਸਿੱਖ ਫਲਸਫੇ ਨੂੰ, ਸਿੱਖ ਇਤਿਹਾਸ ਨੂੰ, ਸਿੱਖ ਸੈਂਟੀਮੈਂਟ ਨੂੰ ਦਰਕਨਾਰ ਕਰ ਰਹੀਆਂ ਸੀ ਤੇ ਕੁਝ ਅਜਿਹੀਆਂ ਧਿਰਾਂ ਵੀ ਸੀ ਜਿਹੜੀਆਂ ਕਿਸਾਨੀ ਦੇ ਇਸ ਮਸਲੇ ਨੂੰ ਸਿੱਖ ਵਰਸਸ ਭਾਰਤ ਸਰਕਾਰ ਬਣਾਉਣ ਦਾ ਯਤਨ ਕਰ ਰਹੀਆਂ ਸੀ। ਔਰ ਸਿੱਖ ਵਰਸਸ ਭਾਰਤ ਸਰਕਾਰ ਹੀ ਨਹੀਂ ਬਲਕਿ ਸਿੱਖ ਵਰਸਸ ਹਿੰਦੂ ਬਣਾਉਣ ਦਾ ਕੋਝਾ ਯਤਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੀ, ਜਿਹਦੇ ਬਹੁਤ ਵੱਡੇ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਵੀ ਸਾਨੂੰ ਕੌਮੀ ਤੌਰ ਦੇ ਉੱਤੇ ਝੱਲਣੇ ਪੈਣੇ ਸੀ। ਔਰ ਇਹ ਸਾਡੀ ਚਿੰਤਾ ਟਲੀ ਹੈ। ਮੈਂ ਭਾਰਤ ਸਰਕਾਰ ਦਾ, ਖਾਸ ਤੌਰ ਦੇ ਉੱਤੇ ਪ੍ਰਾਈਮ ਮਿਨਿਸਟਰ ਸਾਹਿਬ ਦਾ, ਉਹਨਾਂ ਦੀ ਸਮੁੱਚੀ ਕੈਬਨਿਟ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਤੇ ਜਿਹੜੀ ਕੌਮੀ ਵਿਵਸਥਾ ਜਿਹੜੀ ਸਾਨੂੰ ਦਿਖਾਈ ਦੇ ਰਹੀ ਸੀ ਕਿ ਜਿਸ ਕਿਸਮ ਦਾ ਮਾਹੌਲ ਬਣ ਰਿਹਾ ਆਏਗੀ, ਉਹਨੂੰ ਟਾਲਿਆ, ਜਾਂ ਕਹਿ ਦਈਏ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਉਹ ਟਲੀ ਹੈ। ਕਿਉਂਕਿ ਅਸੀਂ ਹਮੇਸ਼ਾ ਹੀ ਚਾਹੁੰਦੇ ਹਾਂ ਕਿ ਭਾਰਤ ਦੇ ਅੰਦਰ ਸਿੱਖ ਜਿਹੜੇ ਹੈ ਉਹ ਇੱਕ ਵਧੀਆ ਢੰਗ ਦੇ ਨਾਲ ਗੁਜ਼ਰ ਬਸਰ ਕਰਦੇ ਆ, ਜ਼ਿੰਦਗੀ ਜਿਉਣ। ਔਰ ਹਿੰਦੂ ਸਿੱਖ ਦਾ ਰਿਸ਼ਤਾ ਮਜ਼ਬੂਤ ਸੀ, ਮਜ਼ਬੂਤ ਹੈ ਤੇ ਮਜ਼ਬੂਤ ਹੀ ਰਹੇ। ਇਹਦੇ ਲਈ ਅਸੀਂ ਹਮੇਸ਼ਾ ਹੀ ਯਤਨਸ਼ੀਲ ਰਹੇ ਹਾਂ, ਯਤਨਸ਼ੀਲ ਰਹਾਂਗੇ। ਤੇ ਇਹ ਖੇਤੀ ਨਾਲ ਸੰਬੰਧਿਤ ਜਿਹੜੇ 3 ਕਾਨੂੰਨ ਸੀ, ਇਹਨਾਂ ਦੇ ਵਿਰੋਧ ਦੀ ਆੜ ਦੇ ਵਿੱਚ ਭਾਈਚਾਰਕ ਵੰਡੀਆਂ ਪਾਉਣ ਦੇ ਵੀ ਯਤਨ ਜਿਹੜੇ ਹੈ ਉਹ ਹੋ ਰਹੇ ਸਨ ਕੁਝ ਸ਼ਰਾਰਤੀ ਧਿਰਾਂ ਵੱਲੋਂ। ਕੁਝ ਐਸੀਆਂ ਵੀ ਧਿਰਾਂ ਸਨ ਜਿਹੜੀਆਂ ਇਹਨਾਂ ਖੇਤੀ ਕਾਨੂੰਨਾਂ
ਦੇ ਵਿਰੋਧ ਦੀ ਆੜ ਦੇ ਵਿੱਚ ਆਪਣੀ ਰਾਜਸੀ ਧਰਾਤਲ ਨੂੰ ਮਜ਼ਬੂਤ ਕਰਨ ਦਾ ਯਤਨ ਕਰ ਰਹੀਆਂ ਸੀ ਔਰ ਸਿੱਖ ਸੈਂਟੀਮੈਂਟ ਨੂੰ ਕਮਜ਼ੋਰ ਕਰ ਰਹੀਆਂ ਸੀ, ਸਿੱਖ ਇਤਿਹਾਸ ਨੂੰ ਨਿਸ਼ਾਨੇ ਤੇ ਲੈ ਰਹੀਆਂ ਸੀ, ਸਿੱਖ ਨਿਸ਼ਾਨ ਉਹਨਾਂ ਨੂੰ ਚੁਭਦਾ ਸੀ। ਇਹ ਬਹੁਤ ਵੱਡਾ ਇੱਕ ਫੈਸਲਾ ਹੈ ਪ੍ਰਧਾਨ ਮੰਤਰੀ ਸਾਹਿਬ ਦਾ, ਔਰ ਜਿੰਨੇ ਵੀ ਇਸ ਫੈਸਲੇ ਨਾਲ ਮੈਂ ਉਹਨਾਂ ਦੀ ਤਾਰੀਫ ਕਰਨੀ ਬਣਦੀ ਹੈ, ਕਿਉਂਕਿ ਇੱਕ ਖੇਤੀ ਕਾਨੂੰਨ ਬਿੱਲ ਰੱਦ ਹੀ ਨਹੀਂ ਹੋਏ, ਬਲਕਿ ਇੱਕ ਬਹੁਤ ਵੱਡੀ ਸਾਡੀ ਵਿਪਤਾ ਜਿਹੜੀ ਹੈ ਉਹ ਦੂਰ ਕੀਤੀ ਹੈ। ਠੀਕ ਹੈ, ਇਸ ਅੰਦੋਲਨ ਦੇ ਦੌਰਾਨ ਕੁਝ ਜਾਨਾਂ ਗਈਆਂ ਨੇ, ਉਹਨਾਂ ਦਾ ਅਫਸੋਸ ਹੈ, ਹਮੇਸ਼ਾ ਰਹੇਗਾ। ਬਹੁਤ ਵੱਡੀ ਤਾਦਾਦ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਜੇ ਕਿਸੇ ਦਾ ਪੈਸਾ ਖਰਚ ਹੋਇਆ ਤੇ ਉਹ ਸਿੱਖਾਂ ਦਾ ਪੈਸਾ ਖਰਚ ਹੋਇਆ, ਵਿਦੇਸ਼ੀ ਸਿੱਖਾਂ ਦਾ ਪੈਸਾ ਖਰਚ ਹੋਇਆ, ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਜੇ ਇਸ ਅੰਦੋਲਨ ਦੇ ਵਿੱਚ ਲੋਕ ਸ਼ਾਮਲ ਹੋਏ ਨੇ ਤਾਂ ਉਹ ਲੋਕ ਸ਼ਾਮਲ ਹੋਏ ਨੇ ਜਿਹੜੇ ਸਿੱਖ ਸੈਂਟੀਮੈਂਟ ਨਾਲ ਜੁੜੇ ਸਿੱਖ ਪਰਿਵਾਰ ਹੈ, ਸਿੱਖ ਲੋਕ ਹੈ। ਸਿੱਖਾਂ ਨੇ ਇਸ ਅੰਦੋਲਨ ਦੇ ਵਿੱਚ ਜੀ ਜਾਨ ਦੇ ਨਾਲ, ਤਨਦੇਹੀ ਦੇ ਨਾਲ ਆਪਣਾ ਯੋਗਦਾਨ ਪਾਇਆ ਹੈ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ, ਆਰਥਿਕ ਮਦਦ ਦੇ ਰੂਪ ਦੇ ਵਿੱਚ, ਸ਼ਮੂਲੀਅਤ ਦੇ ਰੂਪ ਦੇ ਵਿੱਚ। ਔਰ ਇਹੋ ਹੀ ਕਾਰਨ ਹੈ ਕਿ ਭਾਰਤ ਸਰਕਾਰ ਨੇ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਾਲਾ ਦਿਨ ਚੁਣਿਆ ਹੈ ਐਲਾਨ ਕਰਨ ਦੇ ਲਈ ਖੇਤੀ ਬਿੱਲਾਂ ਨੂੰ ਰੱਦ ਕਰਨ ਦਾ, ਕਿਉਂਕਿ ਭਾਰਤ ਸਰਕਾਰ ਵੀ ਸਮਝਦੀ ਹੈ ਕਿ ਸਿੱਖ ਇਹਨਾਂ ਕਾਨੂੰਨਾਂ ਤੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਨਿਰਾਸ਼ ਨੇ, ਖਾਸ ਤੌਰ ਤੇ ਜਿਹੜੇ ਕਿਸਾਨੀ ਨਾਲ ਜੁੜੇ ਨੇ, ਮਜ਼ਦੂਰ ਨੇ। ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਿਮਰਨਜੀਤ ਕੌਰ ਦਾ ਬਾਕਸਿੰਗ ਮੁਕਾਬਲੇ ਵਿੱਚ ਅਰਜੁਨ ਅਵਾਰਡ ਮਿਲਣ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਨਮਾਨਿਤ ਕੀਤਾ ਤੇ ਪਿਛਲੇ ਸਮੇਂ ਟੋਕੀਓ ਵਿੱਚ ਤਾਜ਼ਾ ਹੋਈਆਂ ਓਲੰਪਿਕ ਖੇਡਾਂ ਵਿੱਚ ਓਲੰਪਿਕ ਰਹੀ ਪਿੰਡ ਬਾਦਲ ਦੇ ਦਸ਼ਮੇਸ਼ ਕਾਲਜ ਵਿਦਿਆਰਥਣ ਪੰਜਾਬ ਦੀ ਪਹਿਲੀ ਲੜਕੀ ਸਿਮਰਨਜੀਤ ਕੌਰ ਨੇ ਬਾਕਸਿੰਗ ਮੁਕਾਬਲੇ ਵਿੱਚ ਅਰਜੁਨ ਅਵਾਰਡ ਮਿਲਣ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਨਮਾਨਿਤ ਕੀਤਾ, ਜਿਨ੍ਹਾਂ ਦੇ ਸਨਮਾਨ ਵਿੱਚ ਕਾਲਜ ਵੱਲੋਂ 1 ਲੱਖ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2.5 ਲੱਖ ਦੀ ਰਾਸ਼ੀ ਦਿੱਤੀ ਗਈ। ਸਰ, ਕੀ ਕਹਿਣਾ ਚਾਹੋਗੇ ਵੀ ਬਾਦਲ ਕਾਲਜ ਦੀ ਇੱਕ ਲੜਕੀ ਨੂੰ ਜਿਹੜਾ ਹੈਗਾ ਅਰਜੁਨ ਅਵਾਰਡ ਮਿਲਿਆ ਜਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਨਮਾਨਿਤ ਕੀਤਾ ਗਿਆ? ਹਾਂਜੀ, ਬਾਦਲ ਸਾਹਿਬ ਹਮੇਸ਼ਾ ਹੀ ਜਿਹੜੇ ਬੱਚੇ ਹੈ ਉਹਨਾਂ ਨੂੰ ਮੋਟੀਵੇਟ ਕਰਦੇ, ਇੰਸਪਾਇਰ ਕਰਦੇ ਆ। ਸੋ ਉਹਨਾਂ ਨੇ ਬੜੀ ਇੱਥੇ ਫੈਸਿਲਿਟੀਜ਼ ਦਿੱਤੀਆਂ ਔਰ ਬੱਚਿਆਂ ਨੇ ਉਹਦਾ ਪੂਰਾ ਐਡਵਾਂਟੇਜ ਲਿਆ। ਮੈਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਸਿਮਰਨਜੀਤ ਕੌਰ ਇਹ ਪਹਿਲੀ ਬਾਕਸਰ ਆ ਪੰਜਾਬ ਦੀ ਜਿਹੜੀ ਓਲੰਪਿਕਸ 'ਚ ਗਈ ਤੇ ਅਰਜੁਨ ਅਵਾਰਡ ਮਿਲਿਆ। ਇੰਡੀਆ ਦੀ ਇਹ 6ਵੀਂ ਬਾਕਸਰ ਆ, ਸੋ ਇਹ ਬੜੇ ਮਾਣ ਵਾਲੀ ਗੱਲ ਆ, ਬੜਾ ਰੇਅਰ ਅਚੀਵਮੈਂਟ ਆ। ਔਰ ਉਹਨਾਂ ਦੇ ਖਾਸ ਤੌਰ ਤੇ ਮਦਰ ਰਾਜਪਾਲ ਕੌਰ, ਉਹਨਾਂ ਦਾ ਬੜਾ ਰੋਲ ਆ, ਕਿਉਂਕਿ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ 18 'ਚ। ਉਸ ਤੋਂ ਬਾਅਦ ਉਹਨਾਂ ਨੇ ਬੜੀ ਮਿਹਨਤ ਕੀਤੀ, ਲੜਕੀ ਦੇ ਨਾਲ ਗਏ, ਸਾਰਾ ਉਹਦਾ ਖਿਆਲ ਰੱਖਿਆ ਔਰ ਉਹਨੂੰ ਇੱਕ ਪਿੰਡ ਦੇ ਵਿੱਚੋਂ ਇੱਥੇ ਓਲੰਪਿਕ ਲੈਵਲ ਤਾਈਂ ਪਹੁੰਚਾਇਆ। ਸੋ ਸਾਨੂੰ ਬੜਾ ਮਾਣ ਆ ਔਰ ਸਿਮਰਨਜੀਤ ਨੂੰ ਅਸੀਂ ਹੋਰ ਵੀ ਜੋ ਵੀ ਹੈਲਪ ਹੋ ਸਕੀ ਕਰਾਂਗੇ। ਔਰ ਇੱਦਾਂ ਦੀਆਂ ਲੜਕੀਆਂ ਇਸ ਏਰੀਏ ਵਾਸਤੇ ਬੜੀਆਂ ਮੋਟੀਵੇਸ਼ਨ ਨੇ, ਇੰਸਪੀਰੇਸ਼ਨ ਨੇ, ਤਾਂ ਕਿ ਬਾਕੀ ਬੱਚੇ ਵੀ ਉਸ ਤੋਂ ਮੋਟੀਵੇਟ ਹੋਣ। ਕਿਉਂਕਿ ਸਾਨੂੰ ਖੁਸ਼ੀ ਆ ਕਿ ਅਵਨੀਤ ਸਿੱਧੂ ਵੀ ਅੱਜ ਆਏ, ਸਾਡੇ ਪਹਿਲੇ ਅਰਜਨ ਅਵਾਰਡੀ ਸੀ ਕਾਲਜ ਦੇ, ਇਹ ਸਾਡੇ ਦੂਜੇ ਅਰਜਨ ਅਵਾਰਡੀ ਕਾਲਜ ਦੇ। ਸੋ ਇਸ ਕਰਕੇ ਬੜੀ ਖੁਸ਼ੀ ਆ, ਸਾਰਾ ਸਟਾਫ, ਸਾਰੇ ਵਿਦਿਆਰਥੀ ਬੜੇ ਖੁਸ਼ ਨੇ, ਵਧਾਈ ਦੇ ਪਾਤਰ ਨੇ। ਤੇ ਮਾਣਯੋਗ ਬਾਦਲ ਸਾਹਿਬ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਰਜੇਵਿਆਂ 'ਚੋਂ ਟਾਈਮ ਕੱਢਿਆ ਔਰ ਇਹਨਾਂ ਨੂੰ ਓਨਰ ਕਰਨਾ। ਅੱਜ ਲੁਧਿਆਣਾ ਦੇ ਟਾਬਾ ਰੋਡ ਸਥਿਤ ਮਿੰਟ ਪਬਲਿਕ ਸਕੂਲ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਕੂਲੀ ਬੱਚਿਆਂ ਵੱਲੋਂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਬਲਜੀਤ ਕੌਰ ਨੇ ਦੱਸਿਆ ਕਿ ਅੱਜ ਲੋੜ ਹੈ ਕਿ ਅਸੀਂ ਸਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਰਾਸਤੇ ਤੇ ਚੱਲ ਕੇ ਖੁਸ਼ੀਆਂ ਪ੍ਰਾਪਤ ਕਰੀਏ। ਧੰਨ ਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਮੈਂ ਮਿਸਿਸ ਬਲਜੀਤ ਕੌਰ, ਪ੍ਰਿੰਸੀਪਲ ਮੈਰੀਮਿੰਟ ਪਬਲਿਕ ਹਾਈ ਸਕੂਲ ਲੁਧਿਆਣਾ, ਸਮੂਹ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ। ਅੱਜ ਸਾਡੇ ਸਕੂਲ ਦੇ ਵਿੱਚ ਨੰਨ੍ਹੇ ਮੁੰਨੇ ਬੱਚਿਆਂ ਦੁਆਰਾ ਬਹੁਤ ਹੀ ਵਧੀਆ ਧਾਰਮਿਕ ਸਮਾਗਮ ਕੀਤਾ ਗਿਆ। ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਉਹਦੇ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਔਰ ਬੱਚਿਆਂ ਨੂੰ ਇਹੀ ਉਪਦੇਸ਼ ਦਿੱਤਾ ਗਿਆ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਿਰਫ ਪੜ੍ਹਨੀਆਂ ਨਹੀਂ ਹੈ, ਉਹਨਾਂ ਦੇ ਦਿੱਤੇ ਗਏ ਉਪਦੇਸ਼ਾਂ ਦੇ ਉੱਤੇ ਚੱਲਣਾ ਵੀ ਹੈ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਸਾਡੀ ਇਹੀ ਅਰਦਾਸ ਹੈ ਕਿ ਦੁਨੀਆ ਦੇ ਉੱਤੇ ਜੋ ਕਰੋਨਾ ਮਹਾਮਾਰੀ ਆਈ, ਇਸ ਤਰ੍ਹਾਂ ਦੀ ਮਹਾਮਾਰੀ ਦੁਨੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਵੀ ਨਾ ਆਵੇ। ਬੱਚੇ ਹਮੇਸ਼ਾ ਹੀ ਖੁਸ਼ ਰਹਿਣ, ਤੰਦਰੁਸਤ ਰਹਿਣ, ਦੇਸ਼ ਵਾਸੀ ਹਮੇਸ਼ਾ ਹੀ ਖੁਸ਼ ਰਹਿਣ। ਸਾਡੇ ਸਾਰੇ ਮੈਨੇਜਮੈਂਟ ਕਮੇਟੀ ਵੱਲੋਂ ਆਪ ਸਭ ਸਮੂਹ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ।
ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਤੁਮ ਜਗ ਚਾਨਣ ਹੋਇਆ। ਮੈਂ ਹਰਪ੍ਰੀਤ ਕੌਰ ਵਾਈਸ ਪ੍ਰਿੰਸੀਪਲ ਆਫ ਮੈਰੀਮਿੰਟ ਪਬਲਿਕ ਸਕੂਲ ਦੀ ਆਪ ਸਭ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਦਿੰਦੀ ਹਾਂ। ਆਪ ਸਭ ਜਾਣਦੇ ਹੀ ਹੋ ਕਿ ਗੁਰੂ ਨਾਨਕ ਦੇਵ ਜੀ ਸਿਰਫ ਸਿੱਖਾਂ ਦੇ ਪਹਿਲੇ ਗੁਰੂ ਨਹੀਂ ਸਨ, ਉਹ ਸਭ ਧਰਮਾਂ ਦੇ ਗੁਰੂ ਸਨ। ਉਹਨਾਂ ਨੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕੋ ਨਾਲ ਜੋੜ ਕੇ ਸਿਰਫ ਇੱਕੋ ਹੀ ਉਪਦੇਸ਼ ਦਿੱਤਾ, ਕੀਰਤ ਕਰੋ, ਨਾਮ ਜਪੋ, ਵੰਡ ਛਕੋ। ਗੁਰੂ ਨਾਨਕ ਦੇਵ ਜੀ ਦੇ ਇਸ ਪਹਿਲੇ ਪ੍ਰਕਾਸ਼ ਉਤਸਵ ਦੇ ਪਰ ਮੈਂ ਆਪ ਸਭ ਜੀ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ। ਅਤੇ ਐਸੇ ਅਵਸਰ 'ਤੇ ਮੈਰੀਮਿੰਟ ਸਕੂਲ ਦੇ ਬੱਚਿਆਂ ਨੇ, ਛੋਟੇ ਛੋਟੇ ਬੱਚਿਆਂ ਨੇ ਇਸ ਗੁਰਪੁਰਬ ਨੂੰ ਬੜੇ ਉਤਸ਼ਾਹ ਅਤੇ ਪਿਆਰ ਨਾਲ ਮਨਾਇਆ, ਜਿਸ ਦੀ ਕੁਝ ਝਲਕੀਆਂ ਆਪ ਜੀ ਦੇ ਸਾਹਮਣੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਖਰੜ ਦੇ ਮੈਕਸਿਮ ਮੈਰੀ ਸਕੂਲ ਵਿੱਚ ਸਕੂਲੀ ਬੱਚਿਆਂ ਨੇ ਪ੍ਰੋਗਰਾਮ ਕੀਤਾ, ਜਿੱਥੇ ਬੱਚਿਆਂ ਨੇ ਧਾਰਮਿਕ ਸ਼ਬਦ ਗਾਇਨ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ। ਇਸ ਖਾਸ ਮੌਕੇ ਸਕੂਲੀ ਬੱਚਿਆਂ ਵੱਲੋਂ ਅਰਦਾਸ ਵੀ ਕੀਤੀ ਗਈ ਤੇ ਗੁਰੂ ਸਾਹਿਬਾਨਾਂ ਨੂੰ ਯਾਦ ਵੀ ਕੀਤਾ ਗਿਆ। ਫਾਜ਼ਿਲਕਾ 'ਚ ਇੱਕ ਔਰਤ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ 'ਚ ਪੁਲਿਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ। ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਮਾਮਲੇ ਵਿੱਚ ਮ੍ਰਿਤਕ ਔਰਤ ਦੇ ਪਤੀ ਨੂੰ ਗ੍ਰਿਫਤਾਰ ਕਰਕੇ ਸਖਤੀ ਨਾਲ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਉਸਨੇ ਵੱਡਾ ਖੁਲਾਸਾ ਕੀਤਾ। ਇਸ ਬਾਰੇ SPH ਫਾਜ਼ਿਲਕਾ GS ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਔਰਤ ਦੇ ਪਤੀ ਫੌਜੀ ਦੇ ਰਾਜਸਥਾਨ ਨਿਵਾਸੀ ਇੱਕ ਔਰਤ ਨਾਲ ਨਾਜਾਇਜ਼ ਸਬੰਧ ਸਨ ਅਤੇ ਉਸਨੇ ਉਸ ਨਾਲ ਕੋਰਟ ਮੈਰਿਜ ਵੀ ਕਰਵਾਈ ਹੋਈ ਸੀ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਉਸ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਉਸਨੇ ਦੱਸਿਆ ਕਿ ਆਪਣੀ ਦੂਜੀ ਘਰਵਾਲੀ ਅਤੇ ਛੋਟੇ ਸਾਲੇ ਨਾਲ ਮਿਲ ਕੇ ਆਪਣੀ ਪਹਿਲੀ ਪਤਨੀ ਨੂੰ ਰਾਸਤੇ ਤੇ ਹਟਾਉਣ ਦੀ ਪਲਾਨਿੰਗ ਕੀਤੀ ਸੀ। ਜੀ ਮੇਰੇ ਮਾਮਾ ਜੀ ਦੀ ਲੜਕੀ ਦਾ ਮਰਡਰ ਹੋਇਆ ਸੀ ਜੀ ਕੱਲ ਰਾਤ ਦਾ ਜੀ, ਤੇ ਉਹ ਪਰਸੋਂ ਰਾਤ ਦਾ ਹੋਇਆ। ਕੱਲ ਸਾਰਾ ਦਿਨ ਮਤਲਬ ਪੋਸਟਮਾਰਟਮ ਤੇ ਅਸੀਂ ਉੱਥੇ ਕੀਤਾ ਸੀ ਕਿ ਕੋਈ ਮਤਲਬ ਇਨਕੁਆਇਰੀ ਨਹੀਂ ਪੁਲਿਸ ਨੇ ਕੀਤੀ। ਪਰਚਾ ਦਰਜ ਕਰਾਉਂਦੇ ਸੀ ਅਸੀਂ ਇਹਨਾਂ ਦੀ, ਜਿਹੜਾ ਉਹਦਾ ਪਤੀ ਮੱਖਣ ਸਿੰਘ ਫੌਜੀ, ਉਹਦੇ ਦੁਆਰਾ ਇਹ ਕਤਲ ਕੀਤਾ ਗਿਆ, ਪਲੱਸ ਪਰਿਵਾਰ ਦੀ ਕੋਈ ਮਿਲੀ ਭੁਗਤ ਸਾਜ਼ਿਸ਼ ਤੇ ਕਤਲ ਕੀਤਾ ਗਿਆ। ਅਜੇ ਤੱਕ ਤਾਂ ਉਹ ਕਹਿੰਦੇ ਆ ਵੀ ਇਸ ਕੱਲ੍ਹ ਦਾ ਸਮਾਂ ਦੇਤਾ ਉਹਨਾਂ ਵੀ 10 ਵਜੇ ਤੋਂ ਬਾਅਦ ਤੁਸੀਂ ਸੰਸਕਾਰ ਕਰੋ ਤੇ ਅਸੀਂ 10 ਵਜੇ ਤੋਂ ਬਾਅਦ ਤੁਹਾਨੂੰ ਕਰ ਦਾਂਗੇ ਜੀ। ਸਮਾਂ ਦੇ ਰਿਹਾ, ਬਸ ਗੱਲ ਮਤਲਬ ਕਲੀਅਰ ਨਹੀਂ ਕਰ ਰਹੇ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਖੰਨਾ ਪਹੁੰਚੇ ਤੇ ਇਸ ਦੌਰਾਨ ਗੁਰਚਰਨ ਸਿੰਘ ਟੋੜਾ ਦੇ ਨਜ਼ਦੀਕੀ ਪਰਿਵਾਰ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਦੌਰਾਨ ਢੀਂਡਸਾ ਜਿੱਥੇ ਵੱਲੋਂ ਬਾਦਲ ਪਰਿਵਾਰ ਦੇ ਸ਼ਬਦੀ ਹਮਲੇ ਵੀ ਕੀਤੇ ਗਏ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਕਾਲੀ ਦਲ ਬਾਰੇ ਬੋਲੇ ਸ਼ਬਦਾਂ ਤੇ ਚਿੱਠੀ ਲਿਖ ਮੁਆਫੀ ਮੰਗਣ ਲਈ ਵੀ ਕਿਹਾ। ਇਸ ਦੌਰਾਨ ਉਹਨਾਂ ਪੰਜਾਬ ਸਰਕਾਰ ਤੋਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਜਲਦ ਸਜ਼ਾ ਦਿਵਾਉਣ ਬਾਰੇ ਗੁਜ਼ਾਰਿਸ਼ ਵੀ ਕੀਤੀ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਪਵਿੱਤਰ ਦਿਨ ਹੈ, ਭਾਵੇਂ ਹੈ ਕੱਲ੍ਹ ਤੇ ਲੇਕਿਨ ਬਹੁਤ ਦਿਨਾਂ ਤੋਂ ਲੱਗੀ ਹੋਈ ਹੈ ਲੋਕੀ ਗੁਰੂ ਨਾਨਕ ਸਾਹਿਬ ਜੋ ਜਗਤ ਗੁਰੂ ਸਨ ਔਰ ਉਹਨਾਂ ਦੇ ਜਨਮ ਪੁਰਬ ਦੀਆਂ ਲੱਖ ਲੱਖ ਵਧਾਈ ਪੇਸ਼ ਕਰਦਾ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਖੱਟੜਾ ਪਰਿਵਾਰ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਗੁਰਚਰਨ ਸਿੰਘ ਟੌੜਾ ਜੋ ਪੰਥ ਦੇ ਬਹੁਤ ਵੱਡੇ ਅਲਮਦਾਰ ਰਹੇ ਨੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੰਥ 'ਤੇ ਲਾਈ ਹੈ, ਉਹਨਾਂ ਦੇ ਬਹੁਤ ਨੇੜੇ ਦੇ ਸਾਥੀ ਸਰਦਾਰ ਗੁਰਚਰਨ ਸਿੰਘ, ਸਵਰਗੀ ਸਰਦਾਰ ਗੁਰਚਰਨ ਸਿੰਘ ਦੇ ਪਰਿਵਾਰ ਨੇ, ਸਰਦਾਰ ਅਮਰਜੀਤ ਸਿੰਘ ਗੁਰੂ ਇਹਨਾਂ ਦੇ ਭਰਾਵਾਂ ਨੇ, ਸਾਰਿਆਂ ਨੇ, ਅਤੇ ਹੋਰ ਜਿਹੜੇ ਛੋਟੇ ਸਾਥੀ ਸੀ ਉਹਨਾਂ ਨੇ ਸਾਨੂੰ ਜੁਆਇਨ ਕੀਤਾ ਔਰ ਸਾਨੂੰ ਬਹੁਤ ਵੱਡਾ ਬਲ ਮਿਲਿਆ। ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਔਰ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਸਾਡੀ ਹੌਸਲਾ ਅਫਜ਼ਾਈ ਵੀ ਕੀਤੀ ਹੈ ਔਰ ਉਹਨਾਂ ਦੇ ਆਉਣ ਨਾਲ ਸਾਨੂੰ ਇਸ ਇਲਾਕੇ ਵਿੱਚ ਵੀ ਔਰ ਸਾਰੇ ਪੰਜਾਬ ਵਿੱਚ ਵੀ ਬਹੁਤ ਵੱਡਾ ਬਲ ਮਿਲੇਗਾ। ਸਰ ਕਿਹੜੇ ਮੁੱਦਿਆਂ ਨੂੰ ਲੈ ਕੇ ਪਾਰਟੀ ਲੋਕਾਂ ਜਾ ਰਹੀ ਹੈ? ਮੁੱਦੇ ਤਾਂ ਅਸੀਂ ਦੇਖੋ 2-3 ਮੁੱਦੇ ਤਾਂ ਹੈਗੇ ਨੇ। ਉਹ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੈ ਉਹ ਭੁਲਾਇਆ ਨਹੀਂ ਜਾ ਸਕਦਾ। ਦੂਜਾ ਮੋਰ ਪਾਵਰ ਟੂ ਦੀ ਸਟੇਟ, ਉਹ ਵੀ ਕਦੇ ਭੁਲਾਈ ਨਹੀਂ ਜਾ ਸਕਦੀ। ਇਸੇ ਤਰ੍ਹਾਂ ਹੋਰ ਨੇ ਤੇ ਸਾਡੀ ਇੱਕ ਕਮੇਟੀ ਬਣਾਈ ਹੈ ਜਸਟਿਸ ਨਿਰਮਲ ਸਿੰਘ ਦੀ ਪ੍ਰਧਾਨਗੀ ਥੱਲੇ, ਉਹ ਮੁੱਦੇ ਵੀ ਤੇ ਮੈਨੀਫੈਸਟੋ ਵੀ ਤਿਆਰ ਕਰ ਰਹੀ ਹੈ, ਕੁਛ ਦਿਨਾਂ 'ਚ ਤਿਆਰ ਹੋ ਜਾਏਗਾ
और वो मुद्दे बनाउणगे, क्योंकि मैं जे अज सारे मुद्दे आप कह दियां तो चंगा नहीं लगता। कमेटी काहदे लई बनी है, पर बड़े सूझवान सज्जन उहदे च पाए ने असीं, ते इस करके वो मुद्दे वो बना रहे ने। ਅਸੀਂ 5-10 ਦਿਨ ਚ ਕਮੇਟੀ ਦੀ ਰਿਪੋर्ट ਆਜੂ, ਉਹ ਸਾਰਿਆਂ ਦੇ ਸਾਹਮਣੇ ਦੇ ਦੇंगे। ਕਾਂਗਰਸੀ ਆਗੂ ਮਹਿੰਦਰ ਸਿੰਘ, KP ਰਾਣਾ, ਗੁਰਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਕਰਤਾਰਪੁਰ ਕੋਰੀਡੋਰ ਪਹੁੰਚੇ। ਇਸ ਮੌਕੇ ਮਹਿੰਦਰ ਸਿੰਘ KP ਨੇ ਕਿਹਾ ਹੈ ਕਿ ਅਸੀਂ ਬਹੁਤ ਵਡਭਾਗੇ ਹਾਂ ਕਿ ਪਰਮਾਤਮਾ ਦੀ ਅਪਾਰ ਕਿਰਪਾ ਸਹਿਤ ਕੋਰੀਡੋਰ ਦੁਬਾਰਾ ਖੁੱਲਿਆ ਗਿਆ ਹੈ ਅਤੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਵੀ ਮਿਲ ਰਿਹਾ ਹੈ। ਬਹੁਤ ਵਧਾਈਆਂ ਔਰ ਮੈਂ ਚੰਨੀ ਸਾਹਿਬ ਨੂੰ ਇਸ ਗੱਲ ਦੇ ਦਿੰਦਾ, ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਭਾਰਤ ਸਰਕਾਰ ਨੂੰ ਕਹਿ ਕੇ ਇਹ ਲਾਂਘਾ ਜਿਹੜਾ ਖੁਲਵਾਇਆ। 2 ਸਾਲ ਪਹਿਲਾਂ ਵੀ ਜਦੋਂ ਲਾਂਘਾ ਖੁੱਲਿਆ ਸੀ ਉਦੋਂ ਵੀ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਿਆ ਸੀ। ਅੱਜ ਫਿਰ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਿਆ ਔਰ ਮੈਂ ਸਮਝਦਾ ਕਿ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਸ਼ੋਭ ਪ੍ਰਾਪਤ ਧਰਤੀ ਨੂੰ ਅਸੀਂ ਨਮਸਕਾਰ ਕਰਨ ਜਾ ਰਹੇ ਹਾਂ। ਅੱਜ ਦੀ ਕਿਹੜੀ ਲੀਡਰਸ਼ਿਪ ਜਾ ਰਹੀ ਹੈ ਤੁਹਾਡੀ? ਸਾਡੇ ਸਾਰੇ ਜਾਣਦੇ, ਮੇਰੇ ਕੋਲ ਕੈਬਨਿਟ ਤਾਂ ਸਾਰੀ ਜਾ ਰਹੀ ਹੈ। ਨਵਜੋਤ ਸਿੱਧੂ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ? ਮੈਨੂੰ ਇਹਦੇ ਬਾਰੇ ਨਹੀਂ ਕੋਈ ਪਤਾ। ਨਵਜੋਤ ਸਿੱਧੂ ਦੀ ਪਰਮਿਸ਼ਨ ਰੱਦ ਕਰ ਦਿੱਤੀ ਗਈ? ਮੈਨੂੰ ਨਹੀਂ ਇਹਦੇ ਬਾਰੇ ਪਤਾ। ਜੋ ਮੈਨੂੰ ਪਤਾ ਅਸੀਂ ਉੱਥੇ ਜਾ ਕੇ ਪਤਾ ਲੱਗਾ ਕੌਣ ਪਰਮਿਟਡ ਹੈ ਕੌਣ ਨਹੀਂ ਪਰਮਿਟਡ। ਭਾਜਪਾ ਦਾ 21 ਮੈਂਬਰਾਂ ਦਾ ਵਫਦ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਕਰਤਾਰਪੁਰ ਕੋਰੀਡੋਰ ਦੇ ਰਾਸਤੇ ਗਿਆ। ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੰਗਤਾਂ ਦੀਆਂ ਅਰਦਾਸਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਵਾਨ ਕੀਤਾ ਹੈ ਕਿ ਕਰਤਾਰਪੁਰ ਕੋਰੀਡੋਰ ਦੁਬਾਰਾ ਖੋਲਿਆ ਗਿਆ ਹੈ। ਧੰਨ ਬਾਬਾ ਨਾਨਕ, ਅੱਜ ਬਾਬਾ ਨਾਨਕ ਜੀ ਨੇ ਸਾਨੂੰ ਬੁਲਾਵਾ ਦਿੱਤਾ ਹੈ ਔਰ ਬੀਜੇਪੀ ਦਾ ਪ੍ਰਤੀਨਿਧੀ ਮੰਡਲ ਪੰਜਾਬ ਦੇ ਅਮਨ ਲਈ, ਪੰਜਾਬ ਦੀ ਸ਼ਾਂਤੀ ਲਈ, ਦੇਸ਼ ਦੀ ਖੁਸ਼ਹਾਲੀ ਦੇ ਲਈ, ਨਤਮਸਤਕ ਹੋਣ ਦੇ ਲਈ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਅੰਦਰ ਮੱਥਾ ਟੇਕਣ ਜਾ ਰਿਹਾ ਹੈ। ਅਸੀਂ ਧੰਨਵਾਦੀ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ, ਗ੍ਰਹਿ ਮੰਤਰੀ ਜੀ ਦਾ, ਰਾਸ਼ਟਰਪਤੀ ਜੀ ਦਾ ਕਿ ਜਿਨ੍ਹਾਂ ਨੇ ਲਾਂਘਾ ਖੋਲ ਕੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਪੁਰਬ ਤੋਂ ਪਹਿਲਾਂ ਦਰਸ਼ਨ ਕਰਨ ਦਾ ਸੁਭਾਗਯ ਪ੍ਰਾਪਤ ਕੀਤਾ ਹੈ ਔਰ ਇਹ ਬਾਬਾ ਜੀ ਦੀ, ਦੇਸ਼ ਦੇ ਪ੍ਰਧਾਨ ਮੰਤਰੀ ਜੀ ਉੱਤੇ ਕਿਰਪਾ ਹੈ। ਉਹਨਾਂ ਦਾ ਹੀ ਆਸ਼ੀਰਵਾਦ ਹੈ ਕਿ ਇਸ ਲਾਂਘੇ ਦਾ ਨਿਰਮਾਣ ਨਰਿੰਦਰ ਭਾਈ ਮੋਦੀ ਜੀ ਦੇ ਦੁਆਰਾ ਹੋਇਆ ਔਰ ਕੋਰੋਨਾ ਦੀ ਮਹਾਮਾਰੀ ਦੇ ਕਾਰਨ ਇਹ ਲਗਭਗ 19 ਮਹੀਨਿਆਂ ਤੋਂ ਬੰਦ ਸੀ, ਲੇਕਿਨ ਸਾਡੀਆਂ ਸਾਰੀਆਂ ਸੰਗਤਾਂ ਦੀਆਂ, ਸਿੱਖ ਪੰਥ ਦੇ ਨਾਲ ਪਿਆਰ ਕਰਨ ਵਾਲਿਆਂ ਦੀਆਂ ਔਰ ਬਾਬਾ ਨਾਨਕ ਦੇ ਨਾਲ ਪਿਆਰ ਕਰਨ ਵਾਲੀਆਂ ਸੰਗਤਾਂ ਦੀ ਇੱਛਾ ਸੀ ਕਿ ਗੁਰਪੁਰਬ ਤੋਂ ਪਹਿਲਾਂ ਇਹ ਲਾਂਘਾ ਖੁੱਲੇ। ਅੱਜ ਬੜਾ ਖੁਸ਼ੀ ਦਾ ਦਿਹਾੜਾ ਔਰ ਇਹ ਅਸੀਂ ਸਾਰੇ ਪੰਜਾਬ ਦੇ ਅਮਨ ਭਾਈਚਾਰੇ ਦੀ ਅਰਦਾਸ ਕਰਨ ਲਈ ਉੱਥੇ ਜਾ ਰਹੇ ਹਾਂ ਔਰ ਇਹ ਵੀ ਬਾਬਾ ਨਾਨਕ ਦਾ ਬੁਲਾਵਾ ਕਿ ਸਾਨੂੰ ਮੌਕਾ ਮਿਲਿਆ। 21 ਅੱਜ ਮੈਨੂੰ ਲੱਗਦਾ ਕਿ ਕੋਈ ਫਿਰ ਇੱਕ ਮਿੰਟ, ਕੋਈ ਰਾਜਨੀਤਿਕ ਗੱਲ ਨਹੀਂ। ਬਾਬਾ ਜੀ ਦਾ ਜਿਹਨੂੰ ਬੁਲਾਵਾ ਆਣਾ ਉਹਨੂੰ ਨਹੀਂ ਮੱਥਾ ਟੇਕਣਾ। ਇਹ ਧੰਨ ਧੰਨ ਨਾਨਕ ਹੈ। ਨਾਨਕ ਜੀ ਨੇ ਜਦੋਂ ਜਿਹਨੂੰ ਬੁਲਾਣਾ ਉਹਨੂੰ ਮੌਕਾ ਮਿਲਣਾ। ਰਹੀ ਗੱਲ ਆਪਣਾ ਵਪਾਰੀ, ਉਹਦੇ ਲਈ ਬਹੁਤ ਸਾਰਾ ਸਮੇਂ ਹੈ ਗੱਲਾਂ ਕਰਨ ਦਾ। ਅੱਜ ਕੇਵਲ ਰਲ ਮਿਲ ਕੇ ਖੁਸ਼ੀਆਂ ਮਨਾਈਏ ਇਸ ਦਿਹਾੜੇ ਦੀਆਂ ਔਰ ਬਾਬਾ ਨਾਨਕ ਦੀ ਕਿਰਪਾ ਪੰਜਾਬ ਦੇ ਉੱਤੇ ਹੋਏ, ਹਿੰਦੁਸਤਾਨ ਦੇ ਉੱਤੇ, ਦੁਨੀਆ ਦੇ ਅੰਦਰ ਜਿੰਨੇ ਉਹਨਾਂ ਦੇ ਨਾਮ ਲੇਵਾ ਨੇ ਉਹ ਸੁਖ ਸ਼ਾਂਤੀ ਔਰ ਸਮਰਿੱਧੀ ਨਾਲ ਰਹਿਣ, ਇਹੀ ਮੇਰੀ ਇੱਛਾ। ਅੱਜ ਨਾਭਾ ਦੇ ਪਟਿਆਲਾ ਗੇਟ ਚੌਂਕ ਵਿੱਚ ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ਤੇ ਨਾਭਾ ਪਹੁੰਚੇ। ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਪ੍ਰੋਫੈਸਰਾਂ, ਗੈਸਟ ਫੈਕਲਟੀ, ਪਾਰਟ ਟਾਈਮ ਕੰਟਰੈਕਟ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਅਪਣਾਈਆਂ ਮਾਰੂ ਨੀਤੀਆਂ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਮਰਥਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਦੀਆਂ ਕਿਸਾਨ ਅਤੇ ਕੱਚੇ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਾਂਗੇ। ਜਿਹੜੀਆਂ ਇਹਨਾਂ ਦੀਆਂ ਗੱਲਾਂ ਰੱਖੀਆਂ ਨੇ, ਜਿਹੜੀਆਂ ਸਾਡੇ ਕੋਲੇ ਉਹ ਬਹੁਤ ਵਾਜਬ ਲੱਗੀਆਂ ਸਾਨੂੰ। ਪੰਜਾਬ ਸਰਕਾਰ ਹੋਰ ਟੀਚਰ ਨਵੇਂ ਭਰਤੀ ਕਰਦੀ ਹੈ, ਕੁਝ ਵੈਕੈਂਸੀਆਂ ਭਰਨ ਦਾ ਫੈਸਲਾ ਸਰਕਾਰ ਨੇ ਲਿਆ, ਉਹ ਪੋਜ਼ਿਟਿਵ ਹੈ, ਉਹ ਚੰਗਾ ਹੈ, ਵਧੀਆ। ਪਰ ਇਹਦੇ ਨਾਲ ਜਿਹੜੇ ਪਹਿਲਾਂ ਰੱਖੇ ਹੋਏ ਟੀਚਰ ਹੈ, ਜਿਨ੍ਹਾਂ ਦੀ ਗਿਣਤੀ 900 ਤੋਂ ਉੱਤੇ ਹੈ, ਉਹਨਾਂ ਨੂੰ ਕੱਢਣ ਦਾ ਫੈਸਲਾ ਵੀ ਕਰ ਲਿਆ। ਇੱਕ ਟੇਢੇ ਢੰਗ ਦਾ ਉਹ ਫੈਸਲਾ ਵੀ ਜਿਹੜੇ ਪਹਿਲੇ ਰੱਖੇ ਹੋਏ ਟੀਚਰ ਨੇ ਉਹ ਤੇ ਜਿਹੜੇ ਹੁਣ ਨਵੇਂ ਭਰਤੀ ਕਰ ਰਹੇ ਨੇ ਉਹ ਇੱਕ ਟੈਸਟ ਦੇਣ
ਜਿਹੜੇ ਉਹ ਟੈਸਟ ਕਲੀਅਰ ਕਰ ਜਾਣਗੇ ਉਹ ਪਰਮਾਨੈਂਟ ਹੋ ਜਾਣਗੇ। ਇਹ ਕਿਸੇ ਵੀ ਤਰ੍ਹਾਂ ਵਾਜਬ ਨਹੀਂਗਾ। ਜੇ ਕੋਈ ਕਿਸੇ 80 ਸਾਲ ਦੇ ਬੁੱਢੇ ਨੂੰ 22 ਸਾਲ ਦੇ ਨੌਜਵਾਨ ਨਾਲ ਖੜਾਊਗਾ ਉਹ ਕਿਵੇਂ ਢਾਹੂਗਾ ਉਹਨੂੰ? ਜਿਹੜੀ ਅੱਜ ਦੀ ਵਿੱਦਿਆ ਤੇ ਸਾਡੇ ਵੇਲੇ ਦੀ ਵਿੱਦਿਆ ਉਹਦਾ ਜ਼ਮੀਨ ਸਮਾਨ ਦਾ ਫਰਕ ਹੈ। ਇੱਕ ਬੰਦੇ 20 ਸਾਲ ਤੋਂ ਨੌਕਰੀਆਂ ਕਰ ਰਹੇ ਨੇ, ਉਹਨਾਂ ਨੂੰ ਵਿਦਿਆਰਥੀਆਂ ਨਾਲ ਕੰਪੀਟੀਸ਼ਨ 'ਚ ਬਿਠਾਉਣਾ ਕਿਸੇ ਤਰ੍ਹਾਂ ਵਾਜਬ ਨਹੀਂ। ਸਰਕਾਰ ਦੀ ਦਲੀਲ ਕਿਸੇ ਤਰ੍ਹਾਂ ਠੀਕ ਨਹੀਂ। ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੇ 900 ਅਧਿਆਪਕ ਨੇ ਇਹਨਾਂ ਨੂੰ ਉਵੇਂ ਰੱਖਿਆ ਜਾਵੇ, ਜਿਹੜੀਆਂ ਖਾਲੀ ਵੈਕੈਂਸੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ। ਇਹਨਾਂ ਦੀ ਗੱਲ ਵਾਜਬ ਹੈ, ਅਸੀਂ ਵਾਜਬ ਗੱਲ ਦੀ ਹਮਾਇਤ ਪਹਿਲਾਂ ਵੀ ਕਰਦੇ ਹਾਂ। ਪੰਜਾਬ ਦੇ ਵਿੱਚ ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਹੈ। ਤੁਸੀਂ ਬੇਰੁਜ਼ਗਾਰੀ ਦੇ ਆਲਮ ਨੂੰ ਤਿੱਖਾ ਨਾ ਕਰੋ। ਆਰਥਿਕ ਤੰਗੀਆਂ ਦੇ ਮਾਰੇ ਹੋਏ ਲੋਕ ਪੰਜਾਬ ਦੇ ਪਹਿਲਾਂ ਵਿਦੇਸ਼ਾਂ ਨੂੰ ਭੱਜੀ ਜਾਂਦੇ ਆ, ਤੇ ਜਿਹੜੇ ਇੱਥੇ ਰੁਜ਼ਗਾਰ ਦਿੰਦੇ ਹੋ ਤੁਸੀਂ ਰੁਜ਼ਗਾਰ ਦੀ ਗੱਲ ਕਰਦੇ ਹੋ, ਤੁਸੀਂ ਰੁਜ਼ਗਾਰ ਦਾ ਜੜਾ ਨਾ। ਜੇਕਰ ਸਰਕਾਰ ਨਹੀਂ ਮੰਨਦੀ ਤਾਂ ਤੁਸੀਂ ਕੀ ਫੈਸਲਾ ਕਰੋਗੇ? ਦੇਖੋ ਸਰਕਾਰ ਬਈ ਐਂ ਤਾਂ ਮੰਨਦੀ ਨਹੀਂ ਹੁੰਦੀ। ਹੱਥ ਬੰਨੇ ਤਾਂ ਕੋਈ ਕਹਿੰਦੇ ਕੁੜੀ ਦਾ ਰਿਸ਼ਤਾ ਨਹੀਂ ਲੈਂਦਾ ਬਈ, ਮੇਰੇ ਤਾਂ ਨਾਲ ਤਾਂ ਨਹੀਂ ਗੱਲ ਹੁੰਦੀ। ਐਵੇਂ ਤਾਂ ਨਹੀਂ ਸਿਆਣਿਆਂ ਨੇ ਕਿਹਾ ਬਾਝੇ ਹੱਥ ਕਰਾਰਿਓ ਦੁਸ਼ਮਣ ਹੋਣ ਨਾ ਮਿੱਤ। ਇਹਦਾ ਕਰਾਰੇ ਹੱਥ ਦਿਖਾਉਣੇ ਬਣੇ ਆ। ਇਹਨਾਂ ਨੂੰ ਕਿਹਾ ਵੀ ਤੁਸੀਂ ਹੌਸਲੇ ਰੱਖੋ, ਲੜਨ ਵਾਲੇ ਜਿੱਤਦੇ ਹੁੰਦੇ ਆ, ਲੜਨ ਵਾਲੇ ਕੁਝ ਲੈ ਲੈਂਦੇ ਹੁੰਦੇ ਆ। ਇਸ ਕਰਕੇ ਇਹ ਲੜਨ ਅਸੀਂ ਇਹਨਾਂ ਦੀ ਹਮਾਇਤ ਕਰਾਂਗੇ ਕਿਉਂਕਿ ਇਹਨਾਂ ਦੀ ਗੱਲ ਵਾਜਬ ਹੈ। ਜੰਮੂ ਰਿਸ਼ੀਆਂ ਮੁਨੀਆਂ ਪੀਰਾਂ ਫਕੀਰਾਂ ਦੀ ਧਰਤੀ ਹੈ। ਇਸ ਭੂਮੀ ਉੱਤੇ ਉਹਨਾਂ ਮਹਾਨ ਹਸਤੀਆਂ ਦੀ ਯਾਦ ਮਨਾਉਣ ਲਈ ਮੇਲੇ ਲੱਗਦੇ ਹਨ ਅਤੇ ਦੂਰੋਂ ਦੂਰੋਂ ਸੰਗਤ ਇਕੱਠੀ ਹੁੰਦੀ ਹੈ। ਇਹਨਾਂ ਮੇਲਿਆਂ ਵਿੱਚ ਜੰਮੂ ਸ਼ਹਿਰ ਤੋਂ 15-20 ਕਿਲੋਮੀਟਰ ਦੀ ਦੂਰੀ ਉੱਤੇ ਚੀੜੀ ਦਾ ਮੇਲਾ ਲੱਗਦਾ ਹੈ ਜੋ ਪੂਰੇ ਇੱਕ ਹਫ਼ਤੇ ਤੱਕ ਲੱਗਦਾ ਹੈ, ਜਿਸ ਵਿੱਚ ਜੰਮੂ, ਪੰਜਾਬ, ਹਰਿਆਣਾ, ਹਿਮਾਚਲ ਅਤੇ ਦੂਜੇ ਦੇਸ਼ਾਂ ਤੋਂ ਸਭ ਧਰਮਾਂ ਦੇ ਭਗਤ ਹਾਜ਼ਰਾਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚਦੇ ਹਨ ਅਤੇ ਮੇਲੇ ਦੀ ਰੌਣਕ ਨੂੰ ਵਧਾਉਂਦੇ ਹਨ। ਬਾਬਾ ਜੀਤੋ ਬੂਆ ਕੌੜੀ ਜੀ ਦਾ ਇਹ ਇਤਿਹਾਸਿਕ ਮੇਲਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ, ਲੇਕਿਨ ਵੈਸ਼ਵਿਕ ਕਰੋਨਾ ਮਹਾਮਾਰੀ ਦੇ ਵਿੱਚ ਵੀ ਇਹ ਮੇਲੇ ਦੇ ਵਿੱਚ ਸੰਗਤ ਦਾ ਜਿਹੜਾ ਉਤਸ਼ਾਹ ਦੇਖਦੇ ਹੀ ਬਣਦਾ ਹੈ। ਐਡਮਿਨਿਸਟ੍ਰੇਸ਼ਨ ਨੇ ਪਿਛਲੇ ਸਾਲ ਵੀ ਕਰੋਨਾ ਮਹਾਮਾਰੀ ਦੇ ਚਲਦੇ ਮੇਲੇ ਨੂੰ ਕੈਂਸਲ ਕੀਤਾ ਸੀ। ਇਸ ਵਾਰ ਵੀ ਕੁਝ ਗਾਈਡਲਾਈਨ ਦੇ ਨਾਲ ਮੇਲੇ ਨੂੰ ਜਿਹੜੇ ਸੰਗਤਾਂ ਨੂੰ ਦਰਬਾਰ ਦੇ ਵਿੱਚ ਹਾਜ਼ਰੀ ਲਾਉਣ ਦੀ ਪਰਮਿਸ਼ਨ ਦਿੱਤੀ ਹੈ ਤੇ ਦੇਸ਼ ਪ੍ਰਦੇਸ਼ ਵਿੱਚੋਂ ਸੰਗਤਾਂ ਜਿਹੜੀਆਂ ਬਾਬਾ ਜੀ ਦੇ ਦਰਬਾਰ ਦੇ ਵਿੱਚ 31 ਮਹੀਨੇ ਦੀ ਇਸ ਪੂਰਨਮਾਸ਼ੀ ਦੀ ਹਾਜ਼ਰੀ ਲਗਾਉਣ ਲਈ ਲਗਾਤਾਰ ਆ ਰਹੀਆਂ ਨੇ ਔਰ ਉਹਨਾਂ ਦਾ ਇਹ ਉਤਸ਼ਾਹ ਦੇਖਦੇ ਹੀ ਬਣਦਾ ਹੈ। ਸਾਰੀ ਸੰਗਤ ਵਾਸਤੇ ਤੇ ਮੈਂ ਦਰਬਾਰ ਵਾਸਤੇ ਵੀ ਐਡਮਿਨਿਸਟ੍ਰੇਸ਼ਨ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸੰਗਤ ਨੂੰ ਹਾਜ਼ਰੀ ਲਗਾਉਣ ਵਾਸਤੇ ਜਿਹੜਾ ਮੇਲੇ 'ਚ ਜਿਹੜੇ ਦਰਬਾਰ ਖੁੱਲ੍ਹੇ ਰੱਖਣ ਦੀ ਪਰਮਿਸ਼ਨ ਦਿੱਤੀ ਹੈ। ਔਰ ਤੁਹਾਡੇ ਮਾਧਿਅਮ ਤੋਂ ਸੰਗਤ ਨੂੰ ਵੀ ਅਪੀਲ ਕਰਾਂਗਾ ਕਿ ਆਪਣਾ ਕਰੋਨਾ ਮਾਨਕਾਂ ਨੂੰ ਮੰਨਦੇ ਹੋਏ ਮਾਸਕ ਪਾ ਕੇ ਦੂਰੀ ਬਣਾ ਕੇ ਹੀ ਦਰਬਾਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਉਣ। ਬਾਬਾ ਜੀਤੋ ਦੇ ਦੇਵ ਸਥਾਨ ਦੇ ਵਿੱਚ ਅੱਜ ਦੇ ਇਸ ਦਿਨ ਦੇ ਇਸ ਦਿਹਾੜੇ ਦੀ ਜਿਹੜੀ ਹੈ ਬਹੁਤ ਹੀ ਵੱਡਾ ਮਹੱਤਵ ਹੈ। ਇਸ ਦਿਨ ਜਿਹੜੀ ਹੈ ਚੌਦਸ਼ ਦੀ ਰਾਤ ਨੂੰ ਸੰਗਤ ਇੱਥੇ ਪਹੁੰਚਦੀ ਹੈ ਔਰ ਪੂਰਨਮਾਸ਼ੀ ਸਵੇਰੇ ਤਾਰਿਆਂ ਦੀ ਛਾਂ ਦੇ ਵਿੱਚ ਤਲਾਬ ਦੇ ਵਿੱਚ ਇਸ਼ਨਾਨ ਕਰਕੇ ਫਿਰ ਮੁੜ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ। ਉਹਨਾਂ ਦੀਆਂ ਮਨ ਦੀਆਂ ਮੁਰਾਦਾਂ ਇੱਥੋਂ ਪੂਰੀਆਂ ਹੁੰਦੀਆਂ ਨੇ। ਇਹ ਦਰਬਾਰ ਪੂਰੇ ਵਿਸ਼ਵ ਦੇ ਵਿੱਚ ਝੋਲੀਆਂ ਭਰਨ ਵਾਸਤੇ, ਮਨੋਕਾਮਨਾ ਮਨੋਰਥ ਦੀ ਸਿੱਧੀ ਪਾਉਣ ਵਾਸਤੇ ਜਿਹੜਾ ਹੈ ਮੰਨਿਆ ਜਾਂਦਾ ਹੈ। ਔਰ ਇਸ ਦਿਨ ਦੇ ਵਿੱਚ ਕਿਉਂਕਿ ਇਹ ਬਾਬਾ ਜੀਤੋ ਦੇ ਇਸ ਦੇਵ ਸਥਾਨ ਦਾ ਜਿਹੜਾ ਸਥਾਪਨਾ ਦਿਵਸ ਹੈ ਇਹ ਬੜੇ ਜ਼ੋਰ ਸ਼ੋਰ ਨਾਲ ਮਨਾਇਆ ਜਾ ਰਿਹਾ ਹੈ। ਬਹੁਤ ਬਹੁਤ ਧੰਨਵਾਦ। जयकारा बुआ बाबा जी दा, बोल सच्चे दरबार की जय। पिछले साल करोना करके मेला इत्थे वधिया लग्या नहीं सीगा। इस साल भी मेले 'च काफ़ी रौनक घट है, पर फिर भी जिन्हां नूं चाव है हुम हुमा के बाबे दे दरबार ते आए हुए ने। जयकारा बुआ बाबा जी दा, बोल सच्चे दरबार की जय। असीं भी लुधियाने तो आए हैं, सानू शौक है, असीं सालों साल बाबे दे मेले ते नचदे टपदे आईदा। जयकारा बुआ बाबा जी दा, बोल सच्चे दरबार की जय। ਅੱਜ ਲੁਧਿਆਣਾ ਸਥਿਤ ਆਪਣੇ ਦਫ਼ਤਰ ਵਿੱਚ ਡਾਇਰੈਕਟਰ ਇੰਦਰਪਾਲ ਸਿੰਘ ਦੁਆਰਾ ਆਪਣੀ ਨਵੀਂ ਕੰਪਨੀ ਮੇਕ ਮੀ ਰਾਈਜ਼ ਪ੍ਰੋਡਕਸ਼ਨ ਦੀ ਸ਼ੁਰੂਆਤ ਕੀਤੀ ਗਈ ਤੇ ਇਸ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਆਡੀਓ ਟਰੈਕ ਵੀ ਲਾਂਚ ਕੀਤਾ ਗਿਆ, ਜਿਸ ਦਾ ਨਾਮ ਸਤਿਗੁਰੂ ਨਾਨਕ ਰੱਖਿਆ ਗਿਆ ਹੈ। ਦੇਸ਼ ਵਿਦੇਸ਼ਾਂ ਵਿੱਚ ਵਸਦੇ ਮੇਰੇ ਸਾਰੇ ਸੱਜਣ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਡਾਇਰੈਕਟਰ ਇੰਦਰਪਾਲ ਸਿੰਘ, ਮੇਕ ਮੀ ਰਾਈਜ਼ ਪ੍ਰੋਡਕਸ਼ਨ। ਇਹ ਇੱਕ ਮਿਊਜ਼ਿਕ ਕੰਪਨੀ ਹੈ ਜੀ। ਮਿਊਜ਼ਿਕ ਫੀਲਡ ਦੇ ਵਿੱਚ ਫੁੱਲ ਫਲੈਜ ਇਨ ਹਾਊਸ ਸਾਰੇ ਕਸਟਮਰਸ ਨੂੰ ਕੰਪਨੀ ਦੇ ਵਿੱਚ ਹੀ ਮਿਲੇਗਾ। ਰਿਕਾਰਡਿੰਗ ਤੋਂ ਲੈ ਕੇ ਮਿਕਸਿੰਗ, ਮਾਸਟਰਿੰਗ, ਐਡੀਟਿੰਗ, ਵੀਡੀਓ ਮੇਕਿੰਗ ਐਂਡ ਵੀਡੀਓ A to Z ਕੰਪਲੀਟ, ਜੋ ਕਿ ਰਿਲੀਜ਼ਿੰਗ ਤੱਕ ਦਾ ਸਾਰਾ ਕਨਸੈਪਟ ਜਿਹੜਾ ਇਨ ਹਾਊਸ ਤੁਹਾਨੂੰ ਮਿਲੇਗਾ। ਮੇਕ ਮੀ ਰਾਈਜ਼ ਪ੍ਰੋਡਕਸ਼ਨ ਕੰਪਨੀ ਗੁਰੂ ਨਾਨਕ ਦੇਵ ਜੀ ਦੇ ਸ਼ੁਭ ਦਿਹਾੜੇ 'ਤੇ ਲਾਂਚ ਕੀਤੀ ਜਾ ਰਹੀ ਹੈ ਜੀ। ਐਂਡ ਕੰਪਨੀ ਦੇ ਨਾਲ ਨਾਲ ਇੱਕ ਟਰੈਕ ਵੀ ਰਿਲੀਜ਼ ਕੀਤਾ ਜਾ ਰਿਹਾ ਜਿਸ ਦਾ ਟਾਈਟਲ ਹੈ ਸਤਿਗੁਰੂ ਨਾਨਕ।
ਜੋ ਕਿ ਬਹੁਤ ਹੀ ਬਾਖੂਬੀ ਇੱਕ ਸਿੰਗਰ ਜਿਸ ਦਾ ਨਾਮ ਰਿੱਕੀ ਸਿੰਘ ਹੈ, ਉਹਨਾਂ ਨੇ ਬਹੁਤ ਹੀ ਖੂਬੀ ਉਸ ਨੂੰ ਨਿਭਾਇਆ, ਬਹੁਤ ਸੁਰੀਲਾ ਗਾਇਆ। ਉਮੀਦ ਕਰਾਂਗੇ ਕਿ ਵੀ ਤੁਸੀਂ ਉਸ ਟਰੈਕ ਰਾਹੀਂ ਕੰਪਨੀ ਨੂੰ ਬਹੁਤ ਪਿਆਰ ਦਿਓਗੇ। ਉਮੀਦ ਕਰਾਂਗੇ ਕਿ ਵੀ ਟਰੈਕ ਸੁਣਨ ਤੋਂ ਬਾਅਦ ਤੁਸੀਂ ਕੰਪਨੀ ਨਾਲ ਜੁੜੋਗੇ ਅਤੇ ਸਾਡੇ ਨਾਲ ਮਿਲ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ। ਸੋ ਅਖੀਰ ਦੇ ਵਿੱਚ ਸਾਰੇ ਹੀ ਮੇਰੇ ਸੱਜਣ ਮਿੱਤਰਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ। ਧੰਨਵਾਦ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼੍ਰੀ ਕਰਤਾਰਪੁਰ ਕੋਰੀਡੋਰ ਪਹੁੰਚੇ। ਉਹਨਾਂ ਦੇ ਨਾਲ ਉਹਨਾਂ ਦੇ ਕੈਬਨਿਟ ਮੰਤਰੀ ਵੀ ਸ਼ਾਮਿਲ ਸਨ। ਇਸ ਮੌਕੇ ਬੋਲਦਿਆਂ ਕਾਂਗਰਸੀ ਨੇਤਾ ਮਹਿੰਦਰ KP ਅਤੇ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਜਿਹੜੇ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾ ਰਹੇ ਹਨ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਇਸ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ, ਸੂਬੇ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ। ਔਰ ਅੱਜ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹੇ ਹੈ ਦਰਸ਼ਨਾਂ ਵਾਸਤੇ। ਆਪਣੇ ਪਰਿਵਾਰ ਸਮੇਤ ਸੰਗਰੂਰ ਦੇ ਲੋਕਾਂ ਦੇ ਪਿਆਰ ਤੇ ਆਸ਼ੀਰਵਾਦ ਦੇ ਸਦਕਾ ਦੂਜੀ ਵਾਰ ਦਰਸ਼ਨ ਕਰਨ ਵਾਸਤੇ ਜਾਣ ਦਾ ਮੌਕਾ ਮਿਲ ਰਿਹਾ। ਮੈਂ ਸਾਰਿਆਂ ਦੀਆਂ ਅਰਦਾਸਾਂ ਲੈ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਜਾ ਰਿਹਾ ਔਰ ਉਮੀਦ ਕਰਦਾ ਕਿ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਜੋ ਹਜ਼ਾਰਾਂ ਤੇ ਲੱਖਾਂ ਲੋਕਾਂ ਦੀਆਂ ਅਰਦਾਸਾਂ ਤੋਂ ਬਾਅਦ ਅੱਜ ਦੁਬਾਰਾ ਖੁੱਲ੍ਹਿਆ, ਬਹੁਤ ਸਾਰੇ ਲੋਕਾਂ ਨੂੰ ਬਹੁਤ ਵੱਡੇ ਪੈਮਾਨੇ ਤੇ ਦਰਸ਼ਨ ਦੀਦਾਰ ਹੋਣ ਦਾ ਆਉਣ ਵਾਲੇ ਸਮੇਂ 'ਚ ਮੌਕਾ ਮਿਲੂਗਾ। ਮੈਂ ਪੂਰੇ ਪਰਿਵਾਰ ਦੇ ਨਾਲ ਦੂਜੀ ਵਾਰ, ਪਹਿਲੀ ਵਾਰ ਵੀ ਮੈਨੂੰ ਪੂਰੇ ਪਰਿਵਾਰ ਨਾਲ ਜਾਣ ਦਾ ਮੌਕਾ ਮਿਲਿਆ ਸੀ ਤੇ ਅੱਜ ਵੀ ਜਿਸ ਤਰ੍ਹਾਂ ਮੈਂ ਕਿਹਾ ਕਿ ਸੰਗਰੂਰ ਦੇ ਮੇਰੇ ਇਲਾਕੇ ਦੇ ਲੋਕਾਂ ਨੇ ਇੰਨਾ ਮਿਹਰ ਭਰਿਆ ਹੱਥ ਮੇਰੇ ਤੇ ਰੱਖਿਆ ਜਿਸ ਦੇ ਕਰਕੇ ਮੈਂ ਕਾਬਲ ਬਣ ਸਕਿਆ ਤੇ ਅੱਜ ਮੈਨੂੰ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਦੇ ਨਾਲ ਆਪਣੇ ਪਰਿਵਾਰ ਸਮੇਤ ਉੱਥੇ ਨਤਮਸਤਕ ਹੋਣ ਦਾ ਮੌਕਾ। ਨਵਜੋਤ ਸਿੰਘ ਸਿੱਧੂ ਵੀ ਜਾਣਗੇ ਜੀ? ਹਾਂ, ਬਿਲਕੁਲ ਜਾਣਗੇ। ਸਾਰਿਆਂ ਨੂੰ ਭਾਰਤ ਸਰਕਾਰ ਨੇ ਫੇਜ਼ਡ ਮੈਨਰ ਦੇ ਵਿੱਚ ਪਰਮਿਸ਼ਨ ਦਿੱਤੀ ਹੈ। ਰੂਪਨਗਰ ਦੇ ਰੇਲਵੇ ਸਟੇਸ਼ਨ ਤੋਂ ਕੁਝ ਹੀ ਦੂਰੀ ਤੇ ਵੱਖ-ਵੱਖ ਹਾਦਸਿਆਂ ਵਿੱਚ 3 ਜਣਿਆਂ ਦੀ ਮੌਤ ਹੋ ਗਈ, ਜਿਸ ਵਿੱਚ 2 ਔਰਤਾਂ ਤੇ 1 ਪੁਰਸ਼ ਸ਼ਾਮਲ ਸੀ। ਇਸ ਹਾਦਸੇ ਵਿੱਚ ਇੱਕ ਦੀ ਪਹਿਚਾਣ ਤਾਂ ਹੋ ਗਈ ਹੈ ਪਰ ਇੱਕ ਔਰਤ ਤੇ ਇੱਕ ਨੌਜਵਾਨ ਦੀ ਪਹਿਚਾਣ ਨਹੀਂ ਹੋ ਸਕੀ। ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਹੈ ਜਾਂ ਫਿਰ ਆਤਮ ਹੱਤਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਲੇਡੀਜ਼ ਦੀ ਡੈਡ ਬੋਡੀ ਸਾਨੂੰ ਮੈਸੇਜ ਆਇਆ ਸੀ ਸਵੇਰੇ, ਉਹਦੀ ਸ਼ਨਾਖਤ ਹੋ ਗਈ ਹੈ। ਸ਼ਨਾਖਤ ਦੇ ਤੌਰ ਤੇ ਉਹਦਾ ਨਾਮ ਸੀ ਆਸਾ ਰਾਣੀ, ਵਾਈਫ ਆਫ ਰਮਨ ਕੁਮਾਰ, ਹਾਊਸ ਨੰਬਰ 735 ਮੁਹੱਲਾ ਗੁਰੂ ਨਾਨਕਪੁਰ, ਇੱਥੇ ਰੋਪੜ ਦੇ ਲੋਕਲ ਸੀਗੇ। ਇਹਨਾਂ ਦੇ ਹਸਬੈਂਡ ਆ ਰਹੇ, ਠੀਕ ਹੈ। ਬਾਕੀ ਜਿਹੜੀ 2 ਡੈਡ ਬੋਡੀ ਆ ਉਸ ਤੋਂ ਅੱਗੇ ਕਿਲੋਮੀਟਰ ਨੰਬਰ 47 ਦੇ 34 ਤੇ ਪਈ ਸੀਗੀ, ਉਹ ਸੀਗੀ ਇੱਕ ਲੇਡੀਜ਼ ਡੈਡ ਬੋਡੀ ਸੀਗੀ ਤੇ ਇੱਕ ਜੈਂਟ ਸੀਗਾ। ਉਹਨਾਂ ਦੀ ਸ਼ਨਾਖਤ ਹੋਈ ਨਹੀਂ ਹੈ, ਉਹਦੇ ਉਪਰਾਲੇ ਅਸੀਂ ਕਰ ਰਹੇ ਹਾਂ। ਅੱਛਾ ਸਾਹਿਬ, ਕੀ ਮੁੱਢਲੀ ਜਿਹੜੀ ਉਹਦੇ ਵਿੱਚ ਕੀ ਪਤਾ ਲੱਗ ਰਿਹਾ ਕਿ ਐਕਸੀਡੈਂਟ ਹੈਗਾ ਜਾਂ ਸੁਸਾਈਡ ਹੈਗੀ, ਕਿਸ ਤਰ੍ਹਾਂ? ਪ੍ਰਾਈਮ ਫੇਸ ਤਾਂ ਐਕਸੀਡੈਂਟ ਹੀ ਲੱਗ ਰਹੇ ਨੇ, ਬਾਕੀ ਦੇਖੋ ਤਫਤੀਸ਼। ਤੇ ਕਿੰਨੀ ਕੁ ਉਮਰ ਹੈਗੀ ਜਿਹੜੀ ਦੂਸਰੀਆਂ 2 ਬੋਡੀਆਂ ਸੀ? ਜਿਹੜੀ ਦੂਸਰੀਆਂ ਡੈਡ ਬੋਡੀਆਂ, ਇੱਕ ਦਾ ਉੱਥੇ ਸ਼ਨਾਖਤ ਮਤਲਬ ਬੰਦੇ ਦੱਸ ਰਹੇ ਸੀ ਕਿ ਇਹ ਰਿਟਾਇਰਡ ਹੈ, ਜਿਹੜੇ ਜੈਂਟਸ ਹੈ ਇਹ ਰਿਟਾਇਰਡ ਹੈ ਰੇਲਵੇ ਡਿਪਾਰਟਮੈਂਟ, ਉਹਨਾਂ ਕੋਲ ਇੱਕ ਆਧਾਰ ਕਾਰਡ ਵੀ ਮਿਲਿਆ ਹੈ। ਅਸੀਂ ਉਪਰਾਲੇ ਕਰ ਰਹੇ ਹਾਂ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਗੁਰਪੁਰਬ ਮੌਕੇ ਇਹ ਐਲਾਨ ਕਰਕੇ ਲੋਕਾਂ ਦਾ ਮਨ ਜਿੱਤ ਲਿਆ ਤੇ ਇਸ ਦੇ ਐਲਾਨ ਤੋਂ ਬਾਅਦ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ ਤੇ ਜਿਹੜੇ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਸਭ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਹੈਗਾ ਤੇ ਖੇਤੀ ਕਾਨੂੰਨਾਂ ਨੂੰ ਜਿਹੜਾ ਸੰਘਰਸ਼ ਕਰ ਰਹੇ ਸੀ ਕਿਸਾਨ, ਉਹਨਾਂ ਦੇ ਲਈ ਇੱਕ ਰਾਹਤ ਦੀ ਖਬਰ ਆਈ ਹੈ ਕਿ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ। ਕਿਵੇਂ ਦੇਖਦੇ ਸਭ ਨੂੰ? ਦੇਖੋ, ਮੈਂ ਸਮਝਦਾ ਕਿ ਗੁਰਪੁਰਬ ਦੇ ਪਵਿੱਤਰ ਦਿਹਾੜੇ ਦੇ ਉੱਤੇ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਐਲਾਨ ਕੀਤਾ ਹੈ ਕਿ 3 ਹੀ ਖੇਤੀ ਕਾਨੂੰਨ ਜਿਹੜੇ ਆ ਇਸ ਪਾਰਲੀਮੈਂਟ ਦੇ ਵਿੱਚ ਰੱਦ ਕੀਤੇ ਜਾਣਗੇ, ਇਹ ਇੱਕ ਬਹੁਤ ਅੱਛਾ ਫੈਸਲਾ ਔਰ ਮੈਂ ਮਹਿਸੂਸ ਕਰਦਾ ਕਿ ਇਹ ਦੇਸ਼ ਦੇ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ। ਇਹਦੇ ਪਿੱਛੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਸੈਂਕੜਿਆਂ ਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋਏ, ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਸ਼ਹਾਦਤ ਨੂੰ ਅੱਜ ਇਹ ਜਿਹੜਾ ਹੈ ਫਲ ਮਿਲਿਆ। ਇਸ ਕਰਕੇ ਜਿਹੜਾ ਇਹੀ ਸਾਡਾ ਸਟੈਂਡ ਸੀ, ਇਹੀ ਗੱਲ ਅਸੀਂ ਜਿਹੜੀ ਹੈ ਉਸ ਵੇਲੇ ਪਾਰਲੀਮੈਂਟ ਦੇ ਅੰਦਰ ਵੀ ਜਦੋਂ ਕੈਬਨਿਟ ਦੀ ਵਜ਼ਾਰਤ ਤੋਂ ਅਸਤੀਫਾ ਦਿੱਤਾ ਸੀ ਉਦੋਂ ਵੀ ਅਸੀਂ ਦੇਸ਼ ਦੀ ਸਰਕਾਰ ਨੂੰ ਇਹੀ ਕੰਮ ਕਿਹਾ ਸੀ, ਜਦੋਂ NDA ਨਾਲ ਨਾਤਾ ਤੋੜਿਆ ਸੀ ਉਦੋਂ ਵੀ ਇਹੀ ਗੱਲ ਕਹੀ ਸੀ। ਜੇ ਮੈਂ ਸਮਝਦਾ ਕਿ ਸਾਲ ਪਹਿਲਾਂ ਸਾਡੀ ਗੱਲ ਮੰਨ ਲੈਂਦੇ ਤੇ ਜਿਹੜਾ ਬਹੁਤ ਵੱਡਾ 1 ਸਾਲ ਦਾ ਨੁਕਸਾਨ ਹੋਇਆ, ਇਹ ਨੁਕਸਾਨ ਵੀ ਬਚਾਇਆ ਜਾ ਸਕਦਾ ਸੀ।
ਪਰ ਫਿਰ ਵੀ ਮੈਂ ਸਮਝਦਾ ਕਿ ਅੱਜ ਜਿਹੜਾ ਫੈਸਲਾ ਹੋਇਆ ਅੱਛਾ ਫੈਸਲਾ ਹੋਇਆ। ਜਿਹੜੀ MSP ਦੀ ਗਰੰਟੀ ਹੈ ਉਹ ਵੀ ਇਹਨਾਂ ਨੂੰ ਜਿਹੜੀ ਹੈ ਇਨਸ਼ੋਰ ਕਰ ਦੇਣੀ ਚਾਹੀਦੀ। ਇਹਦੇ ਨਾਲ ਬਹੁਤ ਵੱਡਾ ਸਾਰੇ ਦੇਸ਼ ਦੀ ਕਿਸਾਨੀ ਨੂੰ ਜਿਹੜਾ ਲੀਡ ਮਿਲੇਗਾ। ਚੀਮਾ ਸਾਹਿਬ, ਹਾਲੇ ਵੀ ਕੁਝ ਕਿਸਾਨ ਆਗੂਆਂ ਦੀ ਸਟੇਟਮੈਂਟ ਆ ਰਹੀ ਹੈ ਕਿ ਜਦੋਂ ਤੱਕ ਰਿਟਨ ਦੇ ਵਿੱਚ ਲਿਖਤੀ ਤੌਰ ਤੇ ਨਹੀਂ ਹੋ ਜਾਂਦਾ ਉਦੋਂ ਤੱਕ ਜਿਹੜੇ ਹੈਗੇ ਸੰਘਰਸ਼ ਉੱਤੇ ਚੱਲਦੇ ਰਹਿਣਗੇ ਦਿੱਲੀ ਦੇ ਬਾਰਡਰਾਂ ਦੇ ਉੱਤੇ, ਉਦੋਂ ਤੱਕ ਵਾਪਸ ਨਹੀਂ ਆਉਣਾ। ਦੇਖੋ, ਇਹ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਕਰਨਾ, ਇਹਦੇ ਤੇ ਮੇਰੀ ਟਿੱਪਣੀ ਜਿਹੜੀ ਹੈ ਹੋਰ ਕੋਈ ਕਰਨੀ ਨਹੀਂ ਬਣਦੀ। ਤੇ ਚੀਮਾ ਸਾਹਿਬ, ਸਿਆਸੀ ਤੌਰ ਤੇ ਕਿਵੇਂ ਦੇਖਦੇ ਇਸ ਨੂੰ ਕਿ BJP ਨੂੰ ਸਿਆਸੀ ਤੌਰ ਤੇ ਇਸ ਦਾ ਕਿੰਨਾ ਕੁ ਜਿਹੜਾ ਹੈਗਾ ਚੋਣਾਂ ਦੇ ਵਿੱਚ ਫਾਇਦਾ ਮਿਲਣ ਵਾਲਾ, ਕਿਉਂਕਿ ਜਿਵੇਂ ਚਰਚਾਵਾਂ ਚੱਲ ਰਹੀਆਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਗੱਠਜੋੜ ਵੀ ਹੋ ਸਕਦਾ BJP ਦੇ ਨਾਲ, ਤੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੂੰ ਜਿਹੜਾ ਹੈਗਾ ਫਾਇਦਾ ਹੋ ਸਕਦਾ ਇਸ ਦਾ? ਦੇਖੋ, ਮੈਨੂੰ ਲੱਗਦਾ ਹੈ ਕਿ ਜਿਹੜਾ ਵੀ ਇਹਦੇ ਤੇ ਰਾਜਨੀਤੀ ਬਹੁਤੀ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਪੰਜਾਬ ਦੀ ਜਾਂ ਦੇਸ਼ ਦੀ ਜਨਤਾ ਬਹੁਤਾ ਪਸੰਦ ਨਹੀਂ ਕਰਦੀ, ਕਿਉਂਕਿ ਇੱਕ ਬਹੁਤ ਵੱਡਾ ਮੈਂ ਕਹਿ ਸਕਦਾ ਕਿ ਦੁਖਾਂਤ ਦਾ ਪੀਰੀਅਡ ਸੀ, ਬਹੁਤ ਵੱਡਾ ਨੁਕਸਾਨ ਹੋਇਆ, 700 ਤੋਂ ਵੱਧ ਜਾਨਾਂ ਗਈਆਂ। ਇਸ ਕਰਕੇ ਇਹਨੂੰ ਉਸੇ ਸੰਦਰਭ ਦੇ ਵਿੱਚ ਹੀ ਦੇਖਣਾ ਚਾਹੀਦਾ। ਇਲੈਕਸ਼ਨ ਜਿਹੜੀ ਹੈ ਉਹਦੇ ਆਪਣੇ ਮੁੱਦੇ ਹੁੰਦੇ ਆ, ਉਹਦੇ ਮੁਤਾਬਕ ਜਨਤਾ ਨੇ ਫੈਸਲਾ ਕਰਨਾ, ਕਿਉਂਕਿ ਫੈਸਲਾ ਕਰਨਾ। ਚੀਮਾ ਸਾਹਿਬ, ਹੁਣ ਪੰਜਾਬ ਦੇ ਸਿਆਸੀ ਸਮੀਕਰਨ ਕਿਵੇਂ ਬਦਲਣਗੇ, ਕਿਵੇਂ ਦੇਖਦੇ? ਕਿਉਂਕਿ ਜਿਵੇਂ ਸੰਘਰਸ਼ ਚੱਲ ਰਿਹਾ ਸੀ ਕਿਸਾਨਾਂ ਦਾ, ਸਿਆਸੀ ਪਾਰਟੀਆਂ ਦਾ ਵਿਰੋਧ ਹੁੰਦਾ ਸੀਗਾ ਅਕਸਰ ਰੈਲੀਆਂ ਨੂੰ ਲੈ ਕੇ, ਕਿਉਂਕਿ ਚੋਣਾਂ ਵੀ ਨਜ਼ਦੀਕ ਆ। ਹੁਣ ਕਿਵੇਂ ਦੇਖਦੇ ਹੋ ਕਿ ਕਿਵੇਂ ਜਿਹੜਾ ਹੈਗਾ ਫੋਕਸ ਰਹੇਗਾ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ, ਲੋਕਾਂ ਦਾ ਜਾਂ ਕਿਸਾਨਾਂ ਦਾ ਜਾਂ ਸਿਆਸੀ ਪਾਰਟੀ? ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਤਮਸਤਕ ਹੋਏ। ਇਸ ਮੌਕੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਮੌਕੇ ਉਹਨਾਂ ਨੇ ਬੈਠ ਪਵਿੱਤਰ ਗੁਰਬਾਣੀ ਦਾ ਸਰਵਣ ਵੀ ਕੀਤਾ ਤੇ ਮੋਦੀ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ ਦਾ ਵੀ ਸਵਾਗਤ ਕਰਦਿਆਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਦੇ ਏਕੇ ਸਦਕਾ ਇਹ ਜਿੱਤ ਪ੍ਰਾਪਤ ਹੋਈ ਹੈ। ਉਹਨਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਸੰਯੁਕਤ ਕਿਸਾਨ ਮੋਰਚੇ ਨੂੰ ਜਾਂਦਾ ਹੈ, ਜਿਨ੍ਹਾਂ ਨੇ ਵੱਡੇ ਸਿੱਦਕ ਨਾਲ ਲੜਾਈ ਨੂੰ ਜਾਰੀ ਰੱਖਿਆ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰ, ਅੱਜ ਉਹਦੀ ਸਵੱਲੀ ਨਜ਼ਰ ਹੋਈ ਹੈ ਤੇ ਹਵਾਵਾਂ 'ਚ ਖੁਸ਼ੀਆਂ ਨੇ, ਦੀਵਾਨਗੀ ਦੀ ਖੁਸ਼ੀ ਹੈ। ਕਿਉਂ? ਇੱਕ ਲਾਂਘਾ ਖੁੱਲਾ, ਲਾਂਘੇ ਦੇ ਨਾਲ ਅਸੰਖ ਸੰਭਾਵਨਾਵਾਂ ਖੁੱਲਣਗੀਆਂ, ਤੇ ਜੇ ਮੈਨੂੰ ਚੰਗੇ ਭਾਗ ਦਿੱਤੇ ਪਰਮਾਤਮਾ ਨੇ ਤੇ ਮੈਂ ਉੱਥੇ ਜਾ ਕੇ ਅਸਲ ਪੰਜਾਬ ਦੀ ਜਿਹੜੀ ਤਰੱਕੀ ਦੀ ਰਾਹ ਹੈ ਉਹਦੇ ਬਾਰੇ ਗੱਲ ਜ਼ਰੂਰ ਕਰਾਂਗਾ। ਲੇਕਿਨ ਅੱਜ ਜੇ ਧੰਨਵਾਦ ਨਾ ਕਰੀਏ ਕਿ ਭਾਈ ਸਵੇਰ ਦਾ ਭੁੱਲਿਆ ਜੇ ਸ਼ਾਮੀ ਘਰੇ ਵਾਪਸ ਆ ਜੇ, ਔਰ ਬਾਬੇ ਦੇ ਜਨਮ ਦਿਹਾੜੇ ਦੇ ਉੱਤੇ ਉਹ ਆਪਣੀ ਗਲਤੀ ਦਾ ਇਸਤਕਬਾਲ ਕਰ ਲਵੇ, ਤੇ ਫਿਰ ਪੰਜਾਬ ਮਾਫ ਕਰੇ, ਕਿਉਂਕਿ ਇੱਕ ਨਵਾਂ ਅਧਿਆਇ ਸ਼ੁਰੂ ਹੋਣ ਵਾਲਾ ਹੈ। ਇਸ ਜਿੱਤ ਦਾ ਸ਼੍ਰੇ ਕੋਈ ਲੈਣ ਦੀ ਕੋਸ਼ਿਸ਼ ਹੀ ਨਾ ਕਰੇ, ਕਿਉਂਕਿ ਇਹ ਜਿੱਤ ਦਾ ਸਾਰਾ ਸ਼੍ਰੇ ਸੰਯੁਕਤ ਕਿਸਾਨ ਮੋਰਚੇ ਦੇ ਸੱਤਿਆਗ੍ਰਹਿ ਨੂੰ। ਸੱਚ ਦੀ ਰਾਹ ਸੀ, ਲੱਖ ਕੋਸ਼ਿਸ਼ ਕੀਤੀ ਬਦਨਾਮੀ ਕਰਨ ਦੀ, ਅੜੇ ਰਹੇ, ਖੜੇ ਰਹੇ, ਹੱਕ ਸੱਚ ਤੇ ਪਹਿਰਾ ਦਿੱਤਾ, ਜਿੱਤ ਹੋਈ। ਕਿਉਂਕਿ ਜਦੋਂ ਧਰਮ ਦੀ ਰਾਹ ਤੇ ਕੋਈ ਤੁਰਦਾ ਨਾ, ਧਰਮ ਯੁੱਧ ਮਿਟਦਾ, ਯਥਾ ਧਰਮਾ ਤਥਾ ਵਿਜਿਆ, ਫਿਰ ਉਹਨੂੰ ਕੋਈ ਹਰਾ ਨਹੀਂ ਸਕਦਾ। ਔਰ ਇਹੀ ਧਰਮ ਸੀ ਕਿ ਅਸੀਂ ਬਾਬੇ ਨਾਨਕ ਦਾ ਜਿਹੜਾ ਕੀਤਾ, ਇਹ ਬਾਬਾ ਜੀ ਲੜ ਲਾ ਕੇ ਗਏ ਸੀ, ਉੱਤਮ ਖੇਤੀ। ਇਹ 17 ਸਾਲ ਉਹਨਾਂ ਨੇ ਆਪ ਖੇਤੀ ਕੀਤੀ, ਸਾਨੂੰ ਕਿਰਤ ਸੱਭਿਆਚਾਰ ਦੇ ਲੜ ਲਾਇਆ। ਇਹ ਦੁਨੀਆ ਦਾ ਸਭ ਤੋਂ ਵੱਡਾ ਸੱਭਿਆਚਾਰ ਹੈ, ਵਰਕ ਕਲਚਰ। ਇਹ ਉਹਨਾਂ ਦੀਆਂ ਹੀ ਅੱਜ ਸਵੱਲੀਆਂ ਨਜ਼ਰਾਂ ਨੇ ਕਿ ਕਿੰਨੀਆਂ ਖੁਸ਼ੀਆਂ ਅੱਜ ਪੰਜਾਬ ਦੇ ਲੋਕਾਂ ਨੂੰ ਮਿਲੀਆਂ ਨੇ। ਖਾਸ ਤੌਰ ਤੇ 650 ਸ਼ਹਾਦਤਾਂ ਦੇਣ ਵਾਲੇ, 650 ਸ਼ਹਾਦਤਾਂ ਦੇਣ ਵਾਲੇ ਸੰਯੁਕਤ ਕਿਸਾਨ ਮੋਰਚੇ ਦੇ ਅਣਥੱਕ ਪ੍ਰਯਾਸਾਂ ਨੂੰ ਬੂਰ ਪਿਆ। ਜ਼ੁਲਮ ਕਰਨਾ ਪਾਪ, ਜ਼ੁਲਮ ਦੇ ਖਿਲਾਫ ਖੜਨਾ ਉਦੋਂ ਵੱਡਾ ਕਰਮ, ਸਹਿਣਾ ਵੀ ਪਾਪ। ਉਹਨਾਂ ਇੱਕ ਐਸਾ ਸਮਾਜਿਕ ਸੋਸ਼ਲ ਮੂਵਮੈਂਟ ਸਿਰਜੀ ਕਿ ਜਿਹੜੀ ਅਸੀਂ ਗੱਲ ਕਰਦੇ ਹਾਂ, ਬਾਬਾ ਜੀ ਕਹਿੰਦੇ ਆ ਆਪਸੀ ਭਾਈਚਾਰਾ, ਅੰਬੇਡਕਰ ਸਾਹਿਬ ਕਹਿੰਦੇ ਆ ਫਰੈਟਰਨਿਟੀ, ਅਨੇਕਾਂ 'ਚ ਏਕਤਾ, ਅੱਡ ਅੱਡ ਭਾਸ਼ਾਵਾਂ, ਅੱਡ ਅੱਡ ਕਲਚਰ,
ਅੱਡ-ਅੱਡ ਸੱਭਿਆਚਾਰ, ਲੇਕਿਨ ਉਹਨਾਂ ਦੇ ਵਿੱਚ ਏਕਾ ਇਹ ਸੰਯੁਕਤ ਕਿਸਾਨ ਮੋਰਚੇ ਨੇ ਸਿਰਜਿਆ ਔਰ ਸਾਰੇ ਇੱਕ ਮੁਸ਼ਤ ਹੋ ਕੇ ਇਸ ਲੜਾਈ ਨੂੰ ਲੜਦੇ ਰਹੇ। ਪੰਜਾਬ ਸਰਕਾਰ ਹੋਵੇ ਭਾਵੇਂ ਹੋਰ ਸਰਕਾਰਾਂ ਹੋਣ, ਹਰੇਕ ਨੇ ਉਹਨਾਂ ਦਾ ਸਹਿਯੋਗ ਕੀਤਾ ਕਿਉਂਕਿ ਇਹ 60% ਆਬਾਦੀ ਹੈ ਔਰ ਇੱਜ਼ਤ ਦੀ ਰੋਟੀ ਲਈ ਲੜਦੀ ਸੀ। ਇਹ ਗੱਲ ਜ਼ਿਹਨ 'ਚ ਹੋਣੀ ਚਾਹੀਦੀ ਹੈ ਕਿ ਭਾਈ ਲਾਗਤਾਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ, ਆਮਦਨ ਘਟ ਰਹੀ ਹੈ, ਪ੍ਰੋਡਕਟਿਵਿਟੀ ਘਟ ਰਹੀ ਹੈ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਅੱਜ ਦੀ ਡੇਟ ਦੇ ਵਿੱਚ ਕਿ ਅਸੀਂ ਇੱਕ ਰੋਡ ਮੈਪ ਦੇਈਏ ਕਿਸਾਨੀ ਨੂੰ ਸਾਰਨ ਦਾ। ਮੋਗਾ ਵਿੱਚ ਸਫਾਈ ਕਰਮਚਾਰੀ ਹੜਤਾਲ ਤੇ ਹਨ ਤੇ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਦੂਜੇ ਪਾਸੇ ਨਗਰ ਨਿਗਮ ਨੇ ਪ੍ਰਾਈਵੇਟ ਕਰਮਚਾਰੀਆਂ ਤੋਂ ਸ਼ਹਿਰ ਵਿੱਚ ਸਫਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਹੜਤਾਲ ਤੇ ਬੈਠੇ ਮੁਲਾਜ਼ਮ ਉੱਥੇ ਪਹੁੰਚ ਗਏ ਤੇ ਪੁਲਿਸ ਅਧਿਕਾਰੀਆਂ ਨਾਲ ਬਹਿਸ ਹੋ ਗਈ। ਫਿਰ ਕੀ ਸੀ, ਮਜਬੂਰਨ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ, ਜਿਸ ਵਿੱਚ ਕਈ ਕਰਮਚਾਰੀ ਜ਼ਖਮੀ ਵੀ ਹੋਏ। ਕਹਿ ਰਹੇ ਆ, ਸੋ ਮੈਂ ਸਮਝਦਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਸ਼ਹਿਰ ਵਾਸੀਆਂ ਦੀ ਸਿਹਤ ਦਾ ਤੇ ਸਫਾਈ ਦਾ ਧਿਆਨ ਰੱਖਣਾ ਚਾਹੀਦਾ। ਜੇ ਕੋਈ ਬੰਦਾ ਗਲਤ ਹੈ ਤੇ ਉਹਨੂੰ ਗਲਤ ਕਹਿਣਾ ਚਾਹੀਦਾ। ਜਿੱਥੇ ਅੱਜ ਸਾਰਾ ਸ਼ਹਿਰ ਇਸ ਗੱਲ ਵਾਸਤੇ ਕੌਂਸਲਰ ਨੂੰ ਐਪਰੀਸ਼ੀਏਟ ਕਰ ਰਿਹਾ ਕਿ ਉਹਨਾਂ ਨੇ ਇਨੀਸ਼ੀਏਟ ਲਿਆ, ਇੰਨੇ ਗੰਦ ਦੇ ਵਿੱਚ ਆਪ ਖੜੇ ਹੋ ਕੇ ਕੂੜਾ ਚੁਕਾਇਆ, ਉੱਥੇ ਹੀ ਇਹ ਜਿਹੜੇ ਅਕਾਲੀ ਦਲ ਦੇ ਲੀਡਰ ਸਾਹਿਬਾਨ, ਕੌਂਸਲਰ ਸਾਹਿਬਾਨ, ਉਹ ਇਹਨਾਂ ਨੂੰ ਸ਼ਹਿ ਦੇ ਰਹੇ ਆ। ਸੋ ਮੈਂ ਤੁਹਾਨੂੰ ਪ੍ਰੈਸ ਨੂੰ ਔਰ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਕੱਲ ਜੋ ਕੌਂਸਲਰਸ ਨੇ ਤੁਹਾਡੇ ਵਾਸਤੇ ਆਪ ਅੱਗੇ ਹੋ ਕੇ ਕੰਮ ਕੀਤਾ, ਤੁਸੀਂ ਇਹਨੂੰ ਸ਼ਾਬਾਸ਼ ਦਿਓ, ਐਪਰੀਸ਼ੀਏਟ ਕਰੋ। ਔਰ ਇਹ ਜਿਹੜੀ ਮਾੜੀ ਸ਼ਬਦਾਵਲੀ ਵਰਤ ਰਹੇ ਆ, ਸਾਡੇ ਕੌਂਸਲਰ ਨੂੰ ਕੁੱਟਿਆ ਮਾਰਿਆ ਆ, ਸਾਰੀ ਕਾਰਪੋਰੇਸ਼ਨ ਦੇ ਕਮਰਿਆਂ ਨੂੰ ਜਿੰਦੇ ਲਾ ਕੇ ਬੈਠੇ ਆ। ਜੇ ਅੱਜ ਸ਼ਹਿਰ ਵਾਸੀ ਔਰ ਪ੍ਰੈਸ ਸਾਥ ਨਹੀਂ ਦਊਗੀ ਤਾਂ ਕੋਈ ਵੀ ਕੌਂਸਲਰ, ਕੋਈ ਵੀ ਐਮਐਲਏ, ਕੋਈ ਵੀ ਮੁਲਾਜ਼ਮ ਜਿਹੜਾ ਹੈਗਾ ਉਹ ਸ਼ਹਿਰ ਵਾਸੀਆਂ ਦੀ ਸਫਾਈ ਤੇ ਉਹਨਾਂ ਦੀ ਸੇਵਾ ਦੇ ਵਿੱਚ ਧਿਆਨ ਨਹੀਂ ਦਊਗਾ। ਜੇ ਇਹ ਲੋਕ ਇਸੇ ਤਰ੍ਹਾਂ ਗੁੰਡਾਗਰਦੀ ਕਰਦੇ ਰਹੇ, ਇੱਕ ਕੌਂਸਲਰ ਕੁੱਟਿਆ, ਕੱਲ੍ਹ ਨੂੰ ਕਿਸੇ ਹੋਰ ਦੇ ਮੁਲਾਜ਼ਮ ਦੇ ਜਾਂ ਕੌਂਸਲਰ ਦੇ ਗਲ ਪੈਣਗੇ ਤਾਂ ਕੋਈ ਵੀ ਇੱਦਾਂ ਕੰਮ ਕਰਨ ਲਈ ਅੱਗੇ ਨਹੀਂ ਆਊਗਾ। ਸੋ ਮੈਂ ਤੁਹਾਡੇ ਰਾਹੀਂ ਮੀਡੀਆ ਨੂੰ ਵੀ ਔਰ ਸ਼ਹਿਰ ਵਾਸੀਆਂ ਨੂੰ ਵੀ ਮਦਦ ਦੀ ਗੁਹਾਰ ਦੇਣਾ ਕਿ ਜੇ ਤੁਹਾਨੂੰ ਲੱਗਦਾ ਕਿ ਜੋ ਕੱਲ ਕੌਂਸਲਰਸ ਨੇ ਕੀਤਾ ਉਹ ਕੰਮ ਚੰਗਾ ਸੀ, ਸ਼ਲਾਘਾਯੋਗ ਸੀ, ਸਫਾਈ ਕੀਤੀ ਹੈ, ਔਰ ਜੇ ਤੁਹਾਨੂੰ ਲੱਗਦਾ ਕਿ ਇਹ ਅਕਾਲੀ ਦਲ ਦੇ ਜਿਹੜੇ ਮੱਖਣ ਬਰਾੜ ਜੀ ਔਰ ਉਹਨਾਂ ਦੇ ਕੌਂਸਲਰਸ ਇਸ ਸਫਾਈ ਸੇਵਕਾਂ ਨੂੰ ਨਜਾਇਜ਼ ਸ਼ਹਿ ਦੇ ਕੇ ਤੇ ਮੁੜ ਕੇ ਸ਼ਹਿਰ ਦੇ ਵਿੱਚ ਗੰਦ ਪਵਾ ਕੇ ਆ ਕਰੋਨਾ, ਉਸ ਤੋਂ ਬਾਅਦ ਡੇਂਗੂ ਦੇ ਵਿੱਚ ਹੋ ਰਹੀਆਂ ਮੌਤਾਂ ਦੇ ਵਿੱਚ ਵਾਧਾ ਕਰ ਰਹੇ ਆ, ਸ਼ਹਿਰ 'ਚ ਗੰਦਗੀ ਫੈਲਾ ਰਹੇ, ਤਾਂ ਤੁਸੀਂ ਸਾਡਾ ਸਾਥ ਦਿਓ, ਇਹਨਾਂ ਦਾ ਵਿਰੋਧ ਕਰੋ ਡਟ ਕੇ ਤਾਂ ਕਿ ਇਹਨਾਂ ਨੂੰ ਭਜਾਈਏ। ਸ਼੍ਰੀ ਨਰਿੰਦਰ ਮੋਦੀ ਵੱਲੋਂ 3 ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਚਾਰੇ ਪਾਸੇ ਖੁਸ਼ੀ ਦੀ ਲਹਿਰ ਹੈ ਤੇ ਚਾਰੇ ਪਾਸੇ ਖੁਸ਼ੀ ਦਾ ਆਲਮ ਹੈ ਤੇ ਕਿਸਾਨ ਨੱਚ ਟੱਪ ਕੇ ਖੁਸ਼ੀ ਮਨਾ ਰਹੇ ਹਨ। ਤੁਹਾਨੂੰ ਖੰਨਾ ਸ਼ਹਿਰ ਵਿੱਚ ਲੈ ਕੇ ਚੱਲਦੇ ਹਾਂ, ਜਿੱਥੇ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਕਿਸਾਨਾਂ ਨੇ ਨੱਚ ਟੱਪ ਕੇ ਖੁਸ਼ੀ ਮਨਾਈ। ਕਿਸਾਨਾਂ ਨੇ ਕਿਹਾ ਕਿ ਅੱਜ ਉਹਨਾਂ ਲਈ ਇਤਿਹਾਸਕ ਦਿਨ ਹੈ। ਲੱਖ ਲੱਖ ਵਧਾਈਆਂ ਦਿੰਦਾ। ਦੂਸਰਾ, ਮੈਂ ਉਸ ਪ੍ਰਧਾਨ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨੇ ਇਹ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ। ਹਾਲੇ ਮਤਲਬ ਪ੍ਰਧਾਨ ਮੰਤਰੀ ਸਾਹਿਬ ਕੁਝ ਸਾਡੇ ਐਲਾਨ ਬਾਕੀ ਨੇ, ਜਿੰਨਾ ਚਿਰ ਸੰਸਦ ਦੇ ਵਿੱਚ ਬਿੱਲ ਇਹ ਰੱਦ ਨਹੀਂ ਹੁੰਦੇ ਔਰ ਰਾਸ਼ਟਰਪਤੀ ਦੇ ਸਾਈਨ ਨਹੀਂ ਹੁੰਦੇ ਉਹਨਾਂ ਚਿਰ ਸਾਨੂੰ ਹਾਲੇ ਤੇਰੇ ਤੇ ਥੋੜ੍ਹਾ ਜਿਹਾ ਵਿਸ਼ਵਾਸ ਨਹੀਂ, ਕਿਉਂ ਤਾਂ ਪਹਿਲਾਂ ਵੀ ਬਹੁਤ ਵਾਰੀ ਝੂਠ ਬੋਲਿਆ। ਇਸ ਲਈ ਤਾਂ ਕਿਹਾ ਸੀ ਵੀ ਕਿਸਾਨਾਂ ਦੇ ਕਰਜ਼ੇ ਮਾਫ ਕਰੂੰਗਾ, ਮੈਂ 15 ਲੱਖ ਰੁਪਈਆ ਲੋਕਾਂ ਦੇ ਖਾਤਿਆਂ 'ਚ ਪਾਊਂਗਾ, ਮੈਂ ਸਾਰੇ 2 ਕਰੋੜ ਲੋਕਾਂ ਨੂੰ ਨੌਕਰੀਆਂ ਦਊਂਗਾ। ਹਾਲੇ ਉਹ ਸਾਰਾ ਕੁਝ ਬਾਕੀ ਆ। ਤੁਸੀਂ ਜੋ ਕੁਝ ਕੀਤਾ ਬਹੁਤ ਠੀਕ ਕੀਤਾ, ਸਾਨੂੰ ਬਹੁਤ ਖੁਸ਼ੀ ਆ। ਇਹ ਜਿੱਤ ਲੋਕਾਂ ਦੀ ਹੋਈ ਆ ਕਿਉਂਕਿ 1 ਸਾਲ ਪੂਰਾ ਹੋ ਗਿਆ ਦਿੱਲੀ ਬੈਠਿਆਂ ਨੂੰ। ਮੈਂ ਧੰਨਵਾਦੀ ਹਾਂ ਉਹਨਾਂ ਵੀਰਾਂ ਦਾ ਜਿਹੜੇ ਦਿੱਲੀ ਸਾਡੀਆਂ ਬੀਬੀਆਂ ਭੈਣਾਂ ਬੈਠੀਆਂ ਨੇ, ਉਹਨਾਂ ਦੇ ਚਰਨਾਂ 'ਚ ਮੇਰਾ ਸਿਰ ਝੁਕਦਾ। ਦੂਸਰਾ, ਮੇਰਾ ਉਹਨਾਂ ਚਰਨਾਂ 'ਚ ਸਿਰ ਝੁਕਦਾ ਜਿਹੜੇ 700 ਦੇ ਕਰੀਬ ਸਾਡੇ ਉੱਥੇ ਮੋਰਚੇ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ, ਉਹਨਾਂ ਮੂਹਰੇ ਵੀ ਸਿਰ ਝੁਕਦਾ। ਸਾਰੀ ਜਿੱਤ ਹੋਈ ਆ ਇਹ ਲੋਕਾਂ ਦੀ ਹੋਈ ਆ ਕਿਉਂਕਿ ਕੱਲੇ ਨੇ ਆਪਣਾ ਫਰਜ਼ ਸਮਝ ਕੇ ਇਹ ਅੰਦੋਲਨ ਲੜਿਆ। ਭਾਵੇਂ ਕੋਈ ਮਜ਼ਦੂਰ ਸੀ, ਭਾਵੇਂ ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਸੀ, ਸਾਰੀਆਂ ਬੀਬੀਆਂ ਨੇ, ਭੈਣਾਂ ਨੇ, ਦੇਸ਼ ਵਾਸੀਆਂ ਨੇ ਇਹ ਅੰਦੋਲਨ ਲੜਿਆ। ਬੜਾ ਲੰਬਾ ਅੰਦੋਲਨ ਲੜਿਆ। 1 ਸਾਲ ਹੋ ਗਿਆ, ਗਰਮੀਆਂ ਵੀ ਚੱਲੀਆਂ, ਸਰਦੀਆਂ ਵੀ ਚੱਲੀਆਂ, ਪਰ ਸਾਨੂੰ ਅੱਜ ਖੁਸ਼ੀ ਆ
ਮੋਦੀ ਸਾਹਿਬ ਨੇ ਜਿਹੜੇ ਬਿੱਲ ਕਾਲੇ ਕਾਨੂੰਨ ਤਿੰਨੇ ਰੱਦ ਕੀਤੇ ਨੇ, ਇਹਨੂੰ ਪੂਰਾ ਸਿਰੇ ਚੜਾਇਆ ਜਾਵੇ। ਅਸੀਂ ਇਹਦੇ ਬਹੁਤ ਧੰਨਵਾਦੀ ਹਾਂ। ਜਿੱਥੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਦੂਜੇ ਪਾਸੇ ਰਾਜਨੀਤਿਕ ਪਾਰਟੀਆਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਤੇ ਚਾਰੇ ਪਾਸੇ ਖੁਸ਼ੀਆਂ ਮਨਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਖੰਨਾ ਸ਼ਹਿਰ ਵਿੱਚ ਜਿੱਥੇ ਕਿਸਾਨ ਨੱਚ ਟੱਪ ਰਹੇ ਹਨ, ਉੱਥੇ ਕਾਂਗਰਸ ਦੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਨੇ ਲੱਡੂ ਵੰਡੇ ਤੇ ਕੋਟਲੀ ਨੇ ਕਿਹਾ ਕਿ ਕਿਸਾਨਾਂ ਦੀ ਇਹ ਵੱਡੀ ਜਿੱਤ ਹੋਈ ਹੈ। ਮੋਦੀ ਸਰਕਾਰ ਨੇ ਕੀਤੀ ਹੈ ਕਾਨੂੰਨ ਵਾਪਸ ਲੈਣ ਦੀ, ਕੀ ਤੁਹਾਡਾ ਪਹਿਲੇ ਰਿਐਕਸ਼ਨ ਸੀ? ਦੇਖੋ, ਇਹ ਕ੍ਰੈਡਿਟ ਜਿਹੜਾ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਜਾਂਦਾ, ਸਾਰੇ ਪੰਜਾਬੀਆਂ ਨੂੰ ਜਾਂਦਾ, ਜਿਨ੍ਹਾਂ ਨੇ ਡਟ ਕੇ ਇਹ ਕਾਲੇ ਕਾਨੂੰਨ ਦੀ ਵਿਰੋਧਤਾ ਕੀਤੀ ਔਰ ਸੰਘਰਸ਼ ਵਿੱਢਿਆ। ਔਰ ਅੱਜ ਕਿੰਨੇ ਸਮੇਂ ਤੋਂ ਕਿਸਾਨ ਸਾਡੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀਗੇ, ਕਿੰਨੀਆਂ ਜਾਨਾਂ ਤੱਕ ਚਲੀਆਂ ਗਈਆਂ, ਕਿੰਨੇ ਲੋਕ ਜਿਹੜੇ ਨੇ ਆਪਣੇ ਘਰ ਛੱਡ ਕੇ ਉੱਥੇ ਬੈਠੇ ਰਹੇ। ਸੋ ਇਹ ਸਾਰਾ ਨਤੀਜਾ ਉਸ ਗੱਲ ਦਾ ਜਿਹੜਾ ਕਿ ਅੱਜ ਕੇਂਦਰ ਸਰਕਾਰ ਨੂੰ ਝੁਕਣਾ ਪਿਆ। ਦੇਰ ਆਇਆ ਫੈਸਲਾ ਬਹੁਤ ਜ਼ਿਆਦਾ, ਚਲੋ ਅਸੀਂ ਵੈਲਕਮ ਕਰਦੇ ਹਾਂ, ਕਿਉਂਕਿ ਅਸੀਂ ਵੀ ਇਹੀ ਮੰਗ ਕਰਦੇ ਸੀ। ਕਾਂਗਰਸ ਪਾਰਟੀ ਨੇ ਵੀ ਪਹਿਲੇ ਦਿਨ ਤੋਂ ਜਦੋਂ ਇਹ ਕਾਲੇ ਕਾਨੂੰਨ ਬਣੇ ਉਦੋਂ ਤੋਂ ਵਿਰੋਧ ਕਰਨਾ ਸ਼ੁਰੂ ਕੀਤਾ। ਪੰਜਾਬ ਦੀ ਵਿਧਾਨ ਸਭਾ ਵਿੱਚ ਵੀ ਇੱਕ ਵਾਰੀ ਨਹੀਂ 2 ਵਾਰ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ, ਰੈਜ਼ੋਲੂਸ਼ਨ ਪਾਇਆ। ਔਰ ਉਹਦੇ ਨਾਲ ਕਾਂਗਰਸ ਪਾਰਟੀ ਨੇ ਵੀ ਆਪਣੇ ਪੱਧਰ ਤੇ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ। ਅਸੀਂ ਵੀ ਆਪੋ ਆਪਣੇ ਵਿਧਾਨ ਸਭਾ ਹਲਕਿਆਂ 'ਚ ਬਹੁਤ ਵੱਡੇ ਟਰੈਕਟਰ ਮਾਰਚ ਕੱਢੇ, ਸਕੂਟਰ ਮੋਟਰਸਾਈਕਲ ਮਾਰਚ ਕੱਢੇ। ਸੋ ਇਹਦੇ 'ਚ ਸਾਰਿਆਂ ਨੇ ਹਮਾਇਤ ਕੀਤੀ, ਇਹ ਕਾਲੇ ਕਾਨੂੰਨਾਂ ਦੇ ਖਿਲਾਫ ਖੜੇ ਹੋ ਗਏ ਸਾਰੇ ਪੰਜਾਬੀ। ਔਰ ਜਿਹਦਾ ਅੱਜ ਫਲਸਰੂਪ ਆ ਕਿ ਅੱਜ ਉਹ ਇੱਕ ਨਤੀਜਾ ਦੇਖਣ ਨੂੰ ਮਿਲਿਆ ਕਿ ਅੱਜ ਸਾਡੇ ਖੁਸ਼ੀ ਦੀ ਗੱਲ ਹੈ ਕਿ ਕਿਸਾਨ ਜਿਹੜੇ ਦਿੱਲੀ 'ਚ ਬੈਠੇ ਸੀ ਹੁਣ ਵਾਪਸ ਆਪਣੇ ਘਰਾਂ ਨੂੰ ਆਉਣਗੇ। ਅੱਜ ਇੱਕ ਤਾਂ ਪਾਵਨ ਦਿਨ ਹੈ, ਗੁਰਪੁਰਬ ਦਾ ਮਹਾਨ ਦਿਹਾੜਾ ਹੈ। ਔਰ ਅੱਜ ਦੇ ਇਸ ਪਾਵਨ ਦਿਨ ਤੇ ਜਿੱਥੇ ਇਹ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਆ, ਇਹਦੇ ਨਾਲ ਪੰਜਾਬੀਆਂ ਦੀ ਜਿੱਤ ਹੋਈ ਆ, ਕਿਸਾਨਾਂ ਦੀ, ਮਜ਼ਦੂਰਾਂ ਦੀ ਜਿੱਤ ਹੋਈ ਆ, ਮੈਂ ਇਹ ਕਹਾਂਗਾ। ਲੱਡੂ ਵੰਡੋ ਜੀ, ਕੀ ਗੱਲ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਸਿੱਖਾਂ ਦੇ ਪਹਿਲੇ ਗੁਰੂ ਨਹੀਂ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਹੈ ਜੀ। ਤੇ ਦੂਜੀ ਜਿਹੜੀ ਅੱਜ ਖੇਤੀ ਕਾਨੂੰਨ ਸੀ, 3 ਕਾਲੇ ਕਾਨੂੰਨ ਸੀ, ਉਹ ਰੱਦ ਹੋਏ ਨੇ। ਉਸ ਖੁਸ਼ੀ ਦੇ ਵਿੱਚ ਅਸੀਂ ਸਾਰੇ ਖੰਨੇ ਦੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਨੌਜਵਾਨ ਸਾਰੇ ਸ਼ਹਿਰ ਵਿੱਚ ਲੱਡੂ ਵੰਡ ਰਹੇ ਹਨ। ਪ੍ਰਧਾਨ ਮੰਤਰੀ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਨਾਭਾ ਵਿਖੇ ਵੀ ਕਿਸਾਨਾਂ ਨੇ ਖੁਸ਼ੀ ਜ਼ਾਹਿਰ ਕੀਤੀ। ਇਸ ਮੌਕੇ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਆਗੂ ਨੇਕ ਸਿੰਘ ਖੋਖ ਨੇ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਨੂੰ ਸ਼ਲਾਘਾਯੋਗ ਫੈਸਲਾ ਦੱਸਿਆ ਅਤੇ ਮੋਦੀ ਸਰਕਾਰ ਦਾ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਇਹ ਇਕੱਲੇ ਕਿਸਾਨਾਂ ਦੀ ਜਿੱਤ ਨਹੀਂ, ਮਜ਼ਦੂਰਾਂ ਦੀ ਅਤੇ ਹਰ ਵਰਗ ਦੀ ਜਿੱਤ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਚਾਹੇ ਇਹ ਫੈਸਲਾ ਦੇਰ ਆਏ ਦਰੁਸਤ ਆਏ ਲਿਆ ਹੈ ਤੇ ਬਹੁਤ ਹੀ ਚੰਗਾ ਫੈਸਲਾ ਲਿਆ ਹੈ। ਤੁਹਾਨੂੰ ਸਾਰੇ ਪੰਜਾਬੀਆਂ ਨੂੰ, ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਵਸਦੇ ਸਰੋਤਿਆਂ ਨੂੰ ਮੇਰੀ ਬਹੁਤ ਲੱਖ ਵਧਾਈਆਂ ਮੇਰੇ ਵੱਲੋਂ। ਦੂਜੇ ਨੰਬਰ ਤੇ ਜੋ ਅੱਜ ਸਾਲ ਤੋਂ ਤਕਰੀਬਨ ਚੱਲ ਰਹੇ ਅੰਦੋਲਨ ਦਾ 3 ਕਾਨੂੰਨਾਂ ਦੀ ਵਾਪਸੀ ਦਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਜੀ ਨੇ ਐਲਾਨ ਕੀਤਾ ਵਾਪਸ ਲੈਣ ਦਾ, ਉਹਦੇ ਤੇ ਮੈਂ ਸ੍ਰੀ ਨਰਿੰਦਰ ਮੋਦੀ ਜੀ ਨੂੰ ਵੀ ਵਧਾਈ ਦਿੰਦਾ, ਕਿਉਂਕਿ ਭਾਵੇਂ ਲੰਮੇ ਸਮੇਂ ਤੋਂ ਉਹਨਾਂ ਨੇ ਕਿਸਾਨਾਂ ਦੀ ਸੁਣੀ ਹੈ, ਪਰ ਫਿਰ ਵੀ ਦੇਰ ਆਏ ਦਰੁਸਤ ਆਏ, ਇਹ ਅੱਜ ਉਹਨਾਂ ਨੇ ਐਲਾਨ ਕੀਤਾ ਹੈ। ਦੂਜੇ ਮੈਂ ਪੰਜਾਬ ਦੇ ਉਹਨਾਂ ਕਿਸਾਨ ਵੀਰਾਂ ਨੂੰ, ਉਹਨਾਂ ਦੁਕਾਨਦਾਰਾਂ ਨੂੰ, ਆੜ੍ਹਤੀ ਵੀਰਾਂ ਨੂੰ, ਮਜ਼ਦੂਰਾਂ ਨੂੰ, ਮੁਲਾਜ਼ਮਾਂ ਨੂੰ, ਹਰ ਵਰਗ ਨੇ ਇਸ ਅੰਦੋਲਨ ਦੇ ਵਿੱਚ ਸਹਿਯੋਗ ਦਿੱਤਾ ਹੈ, ਉਹਨਾਂ ਨੂੰ ਵੀ ਮੇਰੀ ਲੱਖ ਵਧਾਈਆਂ। ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੇ ਜਾਣ ਤੇ ਕਿਸਾਨ ਅਜੇ ਵੀ ਧਰਨੇ ਤੇ ਬੈਠੇ ਹਨ ਤਾਂ ਕੈਪਟਨ ਦਾ ਕਹਿਣਾ ਸੀ ਕਿ ਪੰਜਾਬ ਪ੍ਰਧਾਨ ਮੰਤਰੀ ਨੇ ਮੁਆਫੀ ਮੰਗੀ ਹੈ ਅਤੇ ਹੁਣ ਤੋਂ 10 ਦਿਨ ਬਾਅਦ 29 ਨਵੰਬਰ ਨੂੰ ਬੈਠਕ ਹੋਵੇਗੀ, ਬਿੱਲ ਲਿਆਂਦਾ ਜਾਵੇਗਾ ਤੇ ਕਾਨੂੰਨ ਰੱਦ ਕਰ ਦਿੱਤੇ ਜਾਣਗੇ। ਕੈਪਟਨ ਦਾ ਕਹਿਣਾ ਸੀ ਕਿ ਮਾਮਲਾ ਹੀ ਖਤਮ ਹੋ ਜਾਵੇਗਾ, ਇਸ ਲਈ ਹੁਣ ਬੈਠਣ ਦਾ ਕੀ ਫਾਇਦਾ ਹੈ। ਚਮਕੌਰ ਸਾਹਿਬ ਦੇ ਇਤਿਹਾਸਕ ਪ੍ਰੋਜੈਕਟ ਦਾਸਤਾਨ-ਏ-ਸ਼ਹਾਦਤ ਅਤੇ ਵਿਰਾਸਤੀ ਇਮਾਰਤ ਦਾ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਦਘਾਟਨ ਕੀਤਾ ਕਿ ਅੱਜ ਜਿੱਥੇ ਬਹੁਤ ਹੀ ਸੁਭਾਗਾ ਦਿਨ ਹੈ, ਬਹੁਤ ਹੀ ਵੱਡਾ ਦਿਨ ਹੈ ਕਿ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ।
ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ, ਉਹਨਾਂ ਦਾ ਗੁਰਪੁਰਬ ਹੈ। ਪਹਿਲਾਂ ਮੈਂ ਸਮੂਹ ਦੁਨੀਆ 'ਚ ਵਸਦੇ ਲੋਕਾਂ ਨੂੰ, ਗੁਰੂ ਨਾਨਕ ਨਾਮ ਲੇਵਾ ਨੂੰ, ਸਾਰੇ ਪੰਜਾਬੀਆਂ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਬਹੁਤ ਬਹੁਤ ਵਧਾਈ ਦਿੰਦਾ। ਤੇ ਨਾਲ ਹੀ ਅੱਜ ਮੇਰੇ ਵਾਸਤੇ ਸ਼ਾਇਦ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ ਕਿ ਜੋ ਸਾਡਾ ਸੁਪਨਾ ਹੈ ਸੀ ਕਿ ਅਸੀਂ ਚਮਕੌਰ ਸਾਹਿਬ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਿਸਟਰੀ ਨੂੰ ਫਿਲਮਾਉਣਾ ਹੈ, ਥੀਮ ਪਾਰਕ ਤਿਆਰ ਕਰਨਾ ਹੈ ਜਿਸ ਦਾ ਨਾਮ ਦਾਸਤਾਨ ਸ਼ਹੀਦਾਂ ਰੱਖਿਆ ਹੈ। ਇਸ ਦਾ ਅੱਜ ਉਦਘਾਟਨ ਹੋ ਰਿਹਾ ਹੈ। ਜਾਂਦੇ ਜਾਂਦੇ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਤੋਂ। ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਨਰਿੰਦਰ ਮੋਦੀ ਨੇ 3 ਕਿਸਾਨ ਵਿਰੋਧੀ ਕਾਲੇ ਕਾਨੂੰਨ ਕੀਤੇ ਰੱਦ, ਕਿਸਾਨਾਂ ਵਿੱਚ ਪਾਈ ਗਈ ਖੁਸ਼ੀ ਦੀ ਲਹਿਰ। ਸਿਹਤ ਮੰਤਰੀ ਪੰਜਾਬ ਨੇ ਤਰਨਤਾਰਨ ਦੇ ਸਰਕਾਰੀ ਹਸਪਤਾਲ ਦਾ ਕੀਤਾ ਅਚਨਚੇਤ ਦੌਰਾ, ਪ੍ਰਬੰਧਾਂ ਦਾ ਲਿਆ ਜਾਇਜ਼ਾ। ਬਟਾਲਾ ਵਿੱਚ ਲੁਟੇਰਿਆਂ ਨੇ ਜਵੈਲਰ ਦੀ ਦੁਕਾਨ ਵਿੱਚ ਚਲਾਈਆਂ ਗੋਲੀਆਂ, ਦੁਕਾਨ ਮਾਲਕ ਦੀ ਹੋਈ ਮੌਤ। ਫਾਜ਼ਿਲਕਾ ਵਿੱਚ ਪਤਨੀ ਦੀ ਮੌਤ ਤੋਂ ਬਾਅਦ ਪਤੀ ਨੂੰ ਕੀਤਾ ਗ੍ਰਿਫਤਾਰ, ਮਾਮਲਾ ਪਤੀ ਦੇ ਨਾਜਾਇਜ਼ ਸਬੰਧਾਂ ਦਾ। ਲੁਧਿਆਣਾ ਦੇ ਮਿਨੀ ਸਕੱਤਰੇਤ ਸਾਹਮਣੇ ਲੜਕੀ ਨੇ ਕੀਤਾ ਹੰਗਾਮਾ, ਨਸ਼ੇ ਵਿਰੁੱਧ ਉਠਾਈ ਸੀ ਆਵਾਜ਼ ਇਸ ਲੜਕੀ ਨੇ। ਅਤੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੇ ਫੈਸਲੇ ਦਾ ਕੀਤਾ ਗਿਆ ਸਵਾਗਤ। ਦੋਸਤੋ, ਇਹ ਸਨ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।